मेरे पिछे पिंड बहबल कला है ते असी उस थां ते खड़े हाँ जिथे 2015 दे विच गोली चलाई गई शांतमई सिखां दे उत्ते। जदों इंसाफ लैण लई दर-दर भटकना पिया तां कौम दे रागी ਸਿੰਘਾਂ ने जाके कांग्रेस के मंत्रियों के घरां दे बाहर शब्द गायन कीता, कुत्ता राज बहाली है फिर चक्की चट्टे। इसे थां ते चली सी गोली ते शहीद कृष्ण भगवान सिंह दे सपुत्र नाल अज उसे दिन नूं याद करांगे ते कित्थे खड़ा अज मामला। साडे नाल होणगे सुखराज सिंह। ਜਿਹੜਾ ਉਹ ਕਮਰਾ ਸੀਗਾ ਉਹਦੀ ਆਟ ਲੈ ਕੇ ਉਹਦੇ ਵਿੱਚ ਮਤਲਬ ਬੰਦੂਕ ਰੱਖ ਕੇ ਗੋਲੀਆਂ ਮਾਰੀਆਂ ਗਈਆਂ। ਮੇਰੇ ਪਿੰਡ ਦੀ ਗੱਲ ਕਰੀਏ ਤਾਂ ਉੱਥੇ ਮੇਰੇ ਫਾਦਰ ਸਾਹਿਬ ਖੁਦ ਹੁਕਾ ਦਿੰਦੇ ਆ, ਲੋਕਾਂ ਨੂੰ ਬੇਨਤੀ ਕਰਦੇ ਆ ਕਿ ਸਾਡੇ ਗੁਰੂ ਦੀ ਬੇਅਦਬੀ ਹੋ ਗਈ ਆ, ਉਹਨਾਂ ਨੂੰ ਗਲੀਆਂ 'ਚ ਖਿਲਾਰ ਦਿੱਤਾ ਗਿਆ, ਸਾਡੇ ਕਾਹਦੀਆਂ ਸਾਡੇ ਸਿਰ ਤੇ ਪੱਗਾਂ, ਸਾਡੇ ਬਾਪੂ ਦੀ ਪੱਗ ਰੋਲੀ ਗਈ ਆ, ਅਸੀਂ ਕਿਹੜੀ ਸ਼ਾਨ ਨਾਲ ਤੁਰੇ ਫਿਰਦੇ ਆ। ਇਧਰਲੇ ਪਾਸੇ ਗੁਰਜੀਤ ਸੀ, ਉਧਰਲੇ ਪਾਸੇ ਫਾਦਰ ਸਾਹਿਬ ਸੀਗੇ। ਪਹਿਲਾਂ ਗੁਰਜੀਤ ਦੇ ਗੋਲੀ ਵੱਜਦੀ ਆ, ਫਿਰ ਫਾਦਰ ਸਾਹਿਬ ਦੇ। ਉੱਪਰੋਂ ਪੁਲਿਸ ਵਾਲਾ ਕਹਿ ਰਿਹਾ ਕਿ ਬਜ਼ੁਰਗਾ ਭੱਜ ਜਾ ਗੋਲੀ ਆਉਂਦੀ ਆ। ਉਹ ਉਹਨਾਂ ਨੂੰ ਮੇਰੇ ਦਾਦਾ ਜੀ ਨੂੰ ਪੁਲਿਸ ਵਾਲਾ ਕਹਿ ਰਿਹਾ ਤੇ ਉਹਨਾਂ ਦੇ ਬੋਲ ਹੁੰਦੇ ਆ ਯਾਰ ਜਦੋਂ ਤੂੰ ਮੇਰਾ ਪੁੱਤ ਮਾਰਤਾ ਤੇ ਮੈਨੂੰ ਕੀ ਆ, ਮੈਨੂੰ ਵੀ ਮਾਰ ਦੇ। ਨਵੀਂ SIT ਹੁਣ ਬਣਾਤੀ, ਸਰਕਾਰ ਦਾ ਆਪਣਾ ਰੇੜਕਾ ਹੈ, ਕੋਈ ਉਮੀਦ ਹੈ ਤੁਹਾਨੂੰ? ਕਿਸੇ ਨੂੰ ਇਹਨਾਂ ਨੇ ਕੋਈ ਇਨਸਾਫ ਨਹੀਂ ਦੇਣਾ ਕਿਉਂਕਿ ਮੈਂ 6 ਸਾਲ ਨੂੰ ਇਹਨਾਂ ਦੇ ਵਿੱਚ ਰਹਿ ਕੇ ਵੇਖ ਲਿਆ। ਜਗਰਾਵਾਂ ਦੇ ਵਿੱਚ ਘਟਨਾ ਵਾਪਰਦੀ ਆ, 2 ਪੁਲਿਸ ਵਾਲੇ ਮਾਰੇ ਜਾਂਦੇ ਆ। ਸਿਰਫ ਅੱਜ 3 ਕੁ ਦਿਨ ਦਾ ਸਮਾਂ ਬੀਤਿਆ ਤੇ ਅੱਜ ਕਿਹਾ ਜਾਂਦਾ ਵੀ ਉਹਨਾਂ ਦੇ ਜਿਹੜੇ ਕਤਲ ਆ ਕਰਨ ਵਾਲੇ ਉਹ ਫੜ ਲਏ ਗਏ ਆ। ਕਿ ਸਾਡੇ ਮੇਰੇ ਬਾਪ ਦੇ ਵਿੱਚ ਜਾਨ ਨਹੀਂ ਸੀ, ਜਾਂ ਉਹ ਇਨਸਾਨ ਨਹੀਂ ਸੀ। ਤੁਸੀਂ ਪਿਛਲੀ ਅਕਾਲੀ ਸਰਕਾਰ ਨੂੰ, ਮੁੱਖ ਮੰਤਰੀ ਨੂੰ, ਡਿਪਟੀ ਮੁੱਖ ਮੰਤਰੀ ਨੂੰ ਕਸੂਰਵਾਰ ਸਮਝਦੇ ਹੋ? ਉਹਨਾਂ ਤੋਂ ਬਿਨਾਂ ਤਾਂ ਹੋ ਹੀ ਨਹੀਂ ਸਕਦਾ। ਉਸ ਤੋਂ ਵੱਧ ਅੱਜ ਦੀ ਸਰਕਾਰ ਜ਼ਿੰਮੇਵਾਰ ਹੈ, ਜਿਹੜੀ ਇਹਨਾਂ ਲਾਸ਼ਾਂ ਤੇ, ਇਹਨਾਂ ਜ਼ਖਮੀ ਹੋਇਆਂ ਤੇ, ਗੁਰੂ ਦੀ ਬੇਅਦਬੀ ਤੇ ਸਿਆਸਤ ਕਰਕੇ ਸਰਕਾਰ ਬਣਾਈ। ਉਮਰ ਵਿਜੇ ਪ੍ਰਤਾਪ ਤੇ ਸਵਾਲ ਖੜੇ ਹੋਏ ਔਰ ਸਿੱਟ ਤੋਂ ਬਾਹਰ ਕੀਤਾ ਗਿਆ, ਨਵੀਂ ਸਿੱਟ ਬਣੀ ਹੈ, ਤੁਹਾਨੂੰ ਝਟਕਾ ਲੱਗਿਆ ਉਹਦੇ ਨਾਲ? ਇਸ ਸਿੱਟ ਦੇ ਬਾਅਦ ਜਿਹੜੇ ਨਤੀਜੇ ਕੋਰਟ ਦੇ ਆਏ ਆ ਉਹ ਨਤੀਜਿਆਂ ਨੇ, ਮੈਂ ਕਹਿੰਦਾ ਕਿ 100 ਸਿੱਟਾਂ ਵੀ ਬਣਾ ਲਓ ਨਾ, ਉਹ ਤਾਂ ਵੀ ਉਹ ਨਤੀਜੇ ਤੇ ਨਹੀਂ ਪਹੁੰਚ ਸਕਣਗੀਆਂ ਜਿਹੜੇ ਤੇ ਲੋਕ ਚਾਹੁੰਦੇ। ਸਿੱਟ ਲੱਖ ਚੰਗਾ ਕੰਮ ਕਰਕੇ ਉਸ ਹਾਈ ਕੋਰਟ ਦੇ ਟੇਬਲ ਤੇ ਭੇਜ ਦੇ, ਫੈਸਲੇ ਤਾਂ ਉਹ ਧਲਨੰਦੇ ਵਰਗਿਆਂ ਦੇ ਥਰੂ ਹੀ ਹੋਣੇ ਆ। ਪਹਿਲੀ ਵਾਰ ਸਮੇਤ ਸੈਣੀ ਦਾ ਸਿੱਧੇ ਤੌਰ ਤੇ ਨਾਮ ਆਉਂਦਾ ਹੈ, ਚਾਰ ਸ਼ੀਟ 'ਚ ਨਾਮ ਆਉਂਦਾ ਹੈ, ਤੁਹਾਨੂੰ ਲੱਗਿਆ ਸੀਗਾ ਕਿ ਨੇੜੇ ਪਹੁੰਚ ਗਏ? ਬਹੁਤ ਮਨ 'ਚ ਕੌਨਫੀਡੈਂਸ ਸੀਗਾ ਕਿ DGP ਦੀ ਇਨਵੋਲਵਮੈਂਟ ਜਿਹੜੀ ਸਾਹਮਣੇ ਰੱਖ ਕੇ ਉਹਦਾ ਕੋਰਟ ਦੇ ਵਿੱਚ ਆਣਾ, ਤੇ DGP ਦੇ ਹੱਥ ਮੈਂ ਖੁਦ ਆਪਣੇ ਅੱਖਾਂ ਨਾਲ ਕੰਬਦੇ ਵੇਖਿਆ ਜਦੋਂ ਸਾਈਨ ਕਰਦਾ ਸੀ। ਨਵਜੋਤ ਸਿੱਧੂ ਕਹਿੰਦੇ ਕਿ ਇਨਸਾਫ ਦੀ ਗੱਲ ਕਰੋ, ਬੇਅਦਬੀ ਦੇ ਇਨਸਾਫ ਦੀ ਗੱਲ ਕਰੋ। ਬਈ ਮੈਂ ਇੱਥੇ ਇਹੀ ਗੱਲ ਕਹਿਣਾ ਚਾਹੁੰਦਾ ਬਈ ਇਹ ਰੇੜਕੇ ਦਾ ਸਿਰਫ ਲੋਕਾਂ ਨੂੰ ਬੁੱਧੂ ਬਣਾਉਣ ਲਈ ਜਿਹੜਾ ਕੰਮ ਕੀਤਾ ਜਾ ਰਿਹਾ। ਕਾਂਗਰਸ ਸਰਕਾਰ ਕੋਈ ਵੀ ਨੁਮਾਇੰਦਾ ਉਹ ਪਹਿਲਾਂ ਜਿਹੜੇ 4.5 ਸਾਲ ਲੰਘ ਗਏ ਉਹਦੇ 'ਚ ਕਿਉਂ ਨਹੀਂ ਬੋਲੇ? ਦੇਖੋ ਬਈ ਜਦੋਂ ਇਹਨਾਂ ਨਿਆਂ ਪ੍ਰਣਾਲੀਆਂ 'ਚੋਂ ਫੈਸਲੇ ਸਹੀ ਨਹੀਂ ਆਉਂਦੇ ਨਾ ਤੇ ਪੰਜਾਬ ਦੀ ਨੌਜਵਾਨੀ ਤੇ ਹਮੇਸ਼ਾ ਇੱਕ ਧੱਬਾ ਲੱਗਦਾ ਵੀ ਇਹ ਅੱਤਵਾਦੀ ਆ, ਇਹ ਖਾੜਕੂ ਆ। ਯਾਰ ਸਾਡੇ ਪਿਓ ਦਾ ਕਤਲ ਕਰਤਾ ਸਾਡੇ ਸਾਹਮਣੇ, ਬੇਅਦਬੀ ਸਾਡੇ ਗ੍ਰੰਥ ਦੀ ਕੀਤੀ, ਦੋਸ਼ੀ ਬਾਹਰ ਫਿਰਦੇ ਆ, ਤੇ ਫਿਰ ਅਸੀਂ ਇੰਨੇ ਮਾੜੇ ਵੀ ਨਹੀਂ ਹੋ ਗਏ ਵੀ ਅਸੀਂ ਉਹਨਾਂ ਨੂੰ ਆਪਦੇ ਹਿਸਾਬ ਨਾਲ ਸਜ਼ਾ ਵੀ ਨਾ ਦੇ ਸਕਾਂਗੇ। ਚਰਨਜੀਤ ਸ਼ਰਮਾ 10 ਤੋਂ 15 ਵਾਰ ਮੇਰੇ ਸਾਹਮਣੇ ਆਇਆ, ਤਰੀਕਾਂ ਤੇ ਆਇਆ, ਉਮਰਾਂ ਨੰਗਲ ਵਰਗੇ ਆਏ ਆ, ਬਹੁਤ ਵਾਰ ਇਦਾਂ ਦੇ ਖਿਆਲ ਆਉਂਦੇ ਸੀ, ਪਰ ਇਹ ਸਰਕਾਰਾਂ ਵਾਕਈ ਮਜਬੂਰ ਕਰਦੀਆਂ। ਫਿਰ ਇਹਨਾਂ ਨੂੰ ਸੁਖਰਾਜ ਵੀ ਲੱਭ ਜੂਗਾ, ਮਾਰਨ ਵਾਲੇ ਸਬੂਤ ਵੀ ਲੱਭ ਜਾਣਗੇ। ਬਹਿਬਲ ਕਲਾ ਗੋਲੀ ਕਾਂਡ ਦੇ 6 ਸਾਲ ਬਾਅਦ ਵੀ ਅੱਜ ਇਨਸਾਫ ਲਈ ਦਰ-ਦਰ ਭਟਕ ਰਹੇ ਨੇ ਪਰਿਵਾਰ ਤੇ ਪੂਰੀ ਸਿੱਖ ਕੌਮ ਮੰਗ ਰਹੀ ਹੈ ਜਵਾਬ। ਸਤਿ ਸ਼੍ਰੀ ਅਕਾਲ, ਮੈਂ ਹਾਂ ਸਿਮਰਨਜੋਤ ਸਿੰਘ ਮੱਕੜ। ਅੱਜ ਅਸੀਂ ਬਹਿਬਲ ਕਲਾ ਪਹੁੰਚੇ ਹਾਂ। ਅਕਤੂਬਰ 2015 ਦੇ ਉਹ ਮਨਹੂਸ ਦਿਨ ਜਦੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੁੰਦੀ ਹੈ, ਗਲੀਆਂ 'ਚ ਮਹਾਰਾਜ ਦੇ ਅੰਗ ਰੋਲ ਦਿੱਤੇ ਜਾਂਦੇ ਆ। ਇਸ ਤੋਂ ਪਿੱਛੇ ਇਹ ਗੁਰੂ ਗੋਬਿੰਦ ਸਿੰਘ ਮਾਰਗ ਹੈ, ਪਿੱਛੇ ਬਰਗਾੜੀ ਹੈ। ਬਰਗਾੜੀ ਤੋਂ ਜਦੋਂ ਖੱਬੇ ਹੱਥ ਅੰਦਰ ਜਾਓਗੇ ਪਰਲੇ ਪਾਸੇ ਬੁਰਜ ਜਵਾਹਰ ਸਿੰਘ ਵਾਲਾ, ਜਿੱਥੋਂ ਸਾਰਾ ਮਾਮਲਾ ਸ਼ੁਰੂ ਹੁੰਦਾ ਹੈ, ਜਿੱਥੇ ਦੋਸ਼ ਲੱਗਦੇ ਆ ਡੇਰਾ ਪ੍ਰੇਮੀਆਂ ਦੇ ਉੱਤੇ ਮਹਾਰਾਜ ਦਾ ਸਰੂਪ ਚੋਰੀ ਕਰਨ ਦੇ। ਅਕਾਲੀ ਦਲ ਦੀ ਸਰਕਾਰ ਫਿਰ 17 'ਚ ਇਨਸਾਫ ਦੀ ਗੁਹਾਰ ਜਦੋਂ ਲੋਕਾਂ ਨੇ ਲਾਈ ਤਾਂ ਇਹ ਵਾਅਦਾ ਕਰਕੇ ਆਈ ਕੈਪਟਨ ਸਰਕਾਰ ਕਿ ਇਨਸਾਫ ਮਿਲੂਗਾ। ਅਸੀਂ ਬਹਿਬਲ ਕਲਾਂ ਪਹੁੰਚੇ ਹਾਂ, ਸਾਡੇ ਨਾਲ ਸੁਖਰਾਜ ਨੇ,
ਸ਼ਹੀਦ ਕ੍ਰਿਸ਼ਨ ਭਗਵਾਨ ਸਿੰਘ ਦੇ ਸੁਪੁੱਤਰ। ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਉਹ ਪੂਰਾ ਦਿਨ, ਉਸ ਦਿਨ ਤੁਸੀਂ ਸਭ ਤੋਂ ਪਹਿਲਾਂ ਅੱਜ ਉੱਥੇ ਹੀ ਸਾਨੂੰ ਲੈ ਕੇ ਚੱਲੋ। ਕਿੰਨੇ ਕੁ ਵਜੇ ਦਾ ਸਮਾਂ ਸੀ ਸਵੇਰੇ? ਕਿਉਂਕਿ ਮੇਰੇ ਖਿਆਲ ਕੋਟਕਪੂਰੇ ਪਹਿਲਾਂ ਫਾਇਰਿੰਗ ਹੁੰਦੀ ਹੈ, ਹਾਂਜੀ ਬਾਈ, ਉੱਥੋਂ ਸੰਗਤ ਉਠਾ ਦਿੱਤੀ ਜਾਂਦੀ ਹੈ। ਜੀ ਜੀ। ਜਿੱਥੇ ਅਸੀਂ ਖੜੇ ਆ ਇਸੇ ਥਾਂ ਤੇ ਬੈਠੇ ਸੀ ਉਸ ਦਿਨ। ਇਸ ਰੋਡ ਤੋਂ ਜਿਹੜਾ ਪਿੰਡ ਨੂੰ ਰੋਡ ਜਾਂਦਾ, ਲਿੰਕ ਰੋਡ ਜਾਂਦਾ ਹੈ, ਤਾਂ ਉਹ ਤਕਰੀਬਨ ਲਿੰਕ ਰੋਡ ਤੇ ਜਿਹੜੇ ਬੰਦੇ ਬੈਠੇ ਸੀ 150 ਬੰਦਾ ਸੀਗਾ, ਜਿਹੜਾ ਲਿੰਕ ਰੋਡ ਤੇ ਬੀਬੀਆਂ ਤੇ ਇਸ ਪਿੰਡ ਦੇ ਜਿੰਨੇ ਵੀ ਬਜ਼ੁਰਗ ਆ ਉਹ ਇੱਥੇ ਧਰਨਾ ਦੇ ਰਹੇ ਸੀ, ਜਿਹਦੇ ਵਿੱਚ ਮੇਰੇ ਪਿਤਾ ਜੀ ਵੀ ਸ਼ਾਮਿਲ ਸੀ। ਇਸੇ ਥਾਂ ਤੇ ਬੈਠੇ ਸੀਗੇ ਉਹ ਤਕਰੀਬਨ ਜਦੋਂ ਜਿੱਥੋਂ ਟਰੈਕਟਰ ਲੰਘ ਰਿਹਾ, ਇਸ ਤੋਂ ਅੱਗੇ ਇੱਥੇ ਮਤਲਬ ਇੱਥੇ ਹੀ ਲੰਗਰ ਚੱਲ ਰਿਹਾ ਸੀ, ਤਾਂ ਉਹ ਗੇਟ ਦੀ ਦੂਸਰੀ ਕਾਰਨਰ ਆ ਜਿਹੜੀ, ਉੱਥੇ ਮੇਰੇ ਫਾਦਰ ਸਾਹਿਬ ਦੇ ਜਦੋਂ ਗੋਲੀ ਲੱਗਦੀ ਉੱਥੋਂ ਮਿਲਦੇ ਆ, ਤੇ ਗੁਰਜੀਤ ਵੀਰਾ ਜਿਹੜਾ ਉਹ ਅੱਗੇੋਂ ਮਿਲਦਾ। ਸਵੇਰੇ ਕਿੰਨੇ ਕੁ ਵਜੇ ਤੁਹਾਡੇ ਫਾਦਰ, ਜਦੋਂ ਸਵੇਰੇ ਸੰਗਤ ਆਉਂਦੀ, ਕੀ ਪਿੰਡ 'ਚ ਉਦੋਂ ਅਨਾਉਂਸਮੈਂਟ ਹੋਈ ਜਾਂ ਪਹਿਲਾਂ ਤੋਂ ਡਿਸਾਈਡਡ ਸੀ ਵੀ ਇੱਥੇ ਬਹਿਣਾ ਹੈ? ਸਵੇਰ ਤਾਂ ਪਹਿਲਾਂ ਤਾਂ ਜੀ 12 ਤਰੀਕ ਨੂੰ ਜਿਹੜਾ ਆਪਣਾ ਇੱਥੇ ਧਰਨਾ ਚੱਲਦਾ ਹੈ, ਉਹ ਕੋਟਕਪੂਰਾ ਉਸ ਬੱਤੀਆਂ ਵਾਲੇ ਚੌਂਕ 'ਚ ਚੱਲਦਾ ਹੈ, ਜਿੱਥੇ ਸਾਰਾ ਆਪਾਂ ਸੀਸੀਟੀਵੀ ਵੇਖਿਆ, ਜਿੱਥੇ ਉਮਰਾ ਨੰਗਲ ਦੀ ਸ਼ਮੂਲੀਅਤ ਹੁੰਦੀ ਆ। ਤਾਂ ਉਹ ਧਰਨਾ ਜਿਹੜਾ ਕੋਟਕਪੂਰੇ ਚੌਂਕ ਦੇ ਵਿੱਚ ਚੱਲਦਾ 12 ਤਰੀਕ ਦਾ ਉੱਥੇ ਚੱਲਦਾ। 13 ਨੂੰ ਮੁੜ ਕੇ ਉੱਥੇ ਲੋਕ ਜ਼ਿਆਦਾ ਹੋਣ ਕਰਕੇ ਤੇ ਜਥੇਬੰਦੀਆਂ ਵੱਲੋਂ ਕਾਲ ਹੁੰਦੀ ਆ ਕਿ ਉਹ ਆਪਣੇ ਪਿੰਡ ਬਾਹਰ ਜਾਂ ਰੋਡ ਤੇ ਕਿਤੇ ਵੀ ਧਰਨਾ ਲਾ ਸਕਦੇ ਆ, ਪਿੰਡਾਂ 'ਚ ਲਾਓ, ਪਿੰਡਾਂ 'ਚ ਰੋਸ ਜ਼ਾਹਰ ਕਰ ਸਕਦੇ ਆ। ਉਸੇ ਤਰ੍ਹਾਂ ਹੀ ਆ ਸਾਡੇ 4-5 ਪਿੰਡ ਨੇੜੇ ਦੇ ਪੈਂਦੇ ਆ, ਤੇ ਉਹਨਾਂ ਨੇ ਆ ਬਹਿਵਲ ਜਿਹੜਾ ਰੋਡ ਲੰਘਦਾ ਇੱਥੇ ਧਰਨਾ ਲਾਇਆ ਸੀ। ਤਾਂ ਤਕਰੀਬਨ ਸਵੇਰ 4 ਵਜੇ ਜਿਹੜੀ ਉਹ ਗ੍ਰਿਫਤਾਰੀ ਪਹਿਲੀ ਹੋ ਜਾਂਦੀ ਆ ਇੱਥੇ ਸਾਰੇ ਜਿਹੜੇ ਧਰਨਾ ਲੱਗਿਆ ਹੁੰਦਾ। ਇਸ ਜਗ੍ਹਾ ਤੋਂ ਕਿ ਕੋਟਕਪੂਰੇ ਇਸ ਜਗ੍ਹਾ ਤੋਂ ਅੱਛਾ, ਸਵੇਰੇ ਪਹਿਲਾਂ ਜਦੋਂ ਇੱਥੇ 12 ਤਰੀਕ ਨੂੰ ਹੀ ਲੱਗ ਜਾਂਦਾ, 13 ਨੂੰ ਲੱਗਦਾ, 13 ਨੂੰ ਲੱਗਦਾ, 13 ਨੂੰ ਸੰਗਤ ਬਹਿ ਜਾਂਦੀ ਹੈ ਨੇੜੇ ਤੇੜੇ 2-3 ਪਿੰਡਾਂ ਦੀ, ਤੇ ਤੁਹਾਡਾ ਨਿਆਮੀ ਵਾਲਾ ਸੀ, ਨੇੜੇ ਬਹਿਬਲ ਦੇ ਲੋਕ ਆ ਜਾਂਦੇ ਆ, ਸੰਗਤ ਇੱਥੇ ਬਹਿ ਜਾਂਦੀ ਆ ਕੇ। ਔਰ 13 ਦੀ ਰਾਤ ਪੁਲਿਸ ਇੱਥੇ ਪਹੁੰਚ ਜਾਂਦੀ ਹੈ। ਪੁਲਿਸ ਜਦੋਂ ਧਰਨਾ ਲੱਗ ਜਾਂਦਾ ਤੇ ਪੁਲਿਸ ਉਹਦੀ ਤਾਇਨਾਤ ਹੋ ਜਾਂਦੀ ਆ। 14 ਨੂੰ ਜਦੋਂ ਇਹਨਾਂ ਦੇ ਕੋਈ ਮਾਈਂਡ ਦੇ ਵਿੱਚ ਜੋ ਵੀ ਪਲਾਨ ਬਣਦਾ ਹੈ, ਉਹਨਾਂ ਨੂੰ ਇਹਨਾਂ ਨੇ ਲੋਕਾਂ ਤੇ ਢਾਲਣ ਦੇ ਲਈ ਪੁਲਿਸ ਜਿਹੜੀ ਵੱਡੀ ਤਾਦਾਦ ਦੇ ਵਿੱਚ ਇਸ ਜਗ੍ਹਾ ਦੇ ਉੱਤੇ ਲਾ ਦਿੱਤੀ ਜਾਂਦੀ ਆ। ਤਾਂ ਸਵੇਰ 4 ਵਜੇ ਤਕਰੀਬਨ ਇਥੋਂ ਗ੍ਰਿਫਤਾਰੀ ਵੀ ਜਿਹੜੇ ਧਰਨੇ ਤੇ ਬੈਠੇ ਉਹਨਾਂ ਸਾਰਿਆਂ ਨੂੰ ਨੇੜੇ ਦੇ ਜਿਹੜਾ ਥਾਣਾ ਉੱਤੇ ਬੰਦ ਕੀਤਾ ਜਾਂਦਾ, ਜਿੰਨੇ ਬੰਦੇ ਇੱਥੇ ਬੈਠੇ ਆ। ਫਿਰ ਉਦੋਂ ਤੁਹਾਡੇ ਪਿਤਾ ਕਿੱਥੇ ਸੀਗੇ? ਉਦੋਂ ਉਹ ਪਿੰਡ ਸੀਗੇ ਉਦੋਂ ਸਵੇਰੇ 4 ਵਜੇ 13 ਤਰੀਕ ਦੀ ਸਵੇਰ 4 ਵਜੇ ਜਾਂ 14 ਤੜਕੇ 4 ਵਜੇ ਇੱਥੋਂ ਸੰਗਤ ਜਿਹੜੀ ਬੈਠੀ ਹੈ ਉਹਨਾਂ ਨੂੰ ਰਾਤ ਨੂੰ ਹਨੇਰੇ 'ਚ ਚੱਕ ਲੈਂਦੀ ਹੈ, ਸਵੇਰੇ ਤੜਕੇ ਚੱਕ ਲੈਂਦੀ ਹੈ ਪੁਲਿਸ। ਉਦੋਂ ਕੋਈ ਵੱਡਾ ਪੁਲਿਸ ਅਫਸਰ ਉਦੋਂ ਤੱਕ ਇਹ ਪਤਾ ਨਹੀਂ ਸੀ ਕੌਣ ਹੈ? ਉਦੋਂ ਨਹੀਂ ਪਤਾ ਸੀ, ਕਿਉਂਕਿ ਹਨੇਰਾ ਸੀਗਾ, ਲੋਕ ਇੱਥੇ ਬੈਠੇ ਸੀ, ਉਹਨਾਂ ਨੇ ਜਿੰਨੇ ਸੀ ਉਹਨਾਂ ਨੂੰ ਬਿਠਾ ਕੇ, ਬੀਬੀਆਂ ਬਜ਼ੁਰਗ ਭਾਈ ਜਿੰਨੇ ਸੀਗੇ ਉਹਨਾਂ ਨੂੰ ਸਾਰਿਆਂ ਨੂੰ ਨੇੜੇ ਦੇ ਥਾਣੇ 'ਚ ਬੰਦ ਕਰ ਦਿੱਤਾ। ਉਹਨਾਂ ਨਾਲ ਕੋਈ ਲਾਠੀ ਚਾਰਜ ਜਾਂ ਕੁੱਟਮਾਰ ਜਦੋਂ ਰਾਤ ਨੂੰ ਚੁੱਕਦੇ? ਸਵੇਰ ਵਾਲੀ ਕੋਈ ਲਾਠੀ ਚਾਰਜ ਕੁੱਟਮਾਰ ਨਹੀਂ ਹੈ। ਫਿਰ ਉਸ ਤੋਂ ਬਾਅਦ ਜਦੋਂ ਸੰਗਤ ਥਾਣੇ ਲੈ ਜਾਂਦੇ ਆ, ਜੀ ਫਿਰ ਦੁਬਾਰਾ ਪਿੰਡ 'ਚ ਪਤਾ ਲੱਗਦਾ, ਦੁਬਾਰਾ ਪਿੰਡ 'ਚ ਪਤਾ ਲੱਗਦਾ, ਪਿੰਡਾਂ ਨੇੜੇ ਦੇ ਪਿੰਡਾਂ ਸਾਰਿਆਂ 'ਚ ਹੋਕਾ ਦਿੱਤਾ ਜਾਂਦਾ। ਤਾਂ ਮੇਰੇ ਪਿੰਡ ਦੀ ਗੱਲ ਕਰੀਏ ਤਾਂ ਉੱਥੇ ਮੇਰੇ ਫਾਦਰ ਸਾਹਿਬ ਖੁਦ ਹੋਕਾ ਦਿੰਦੇ ਆ, ਲੋਕਾਂ ਨੂੰ ਬੇਨਤੀ ਕਰਦੇ ਆ ਕਿ ਸਾਡੇ ਗੁਰੂ ਦੀ ਬੇਅਦਬੀ ਹੋ ਗਈ ਆ, ਉਹਨਾਂ ਨੂੰ ਗਲੀਆਂ 'ਚ ਖਿਲਾਰ ਦਿੱਤਾ ਗਿਆ, ਸਾਡੇ ਸਿਰ ਤੇ ਪੱਗਾਂ, ਸਾਡੇ ਬਾਪੂ ਦੀ ਪੱਗ ਰੋਲੀ ਗਈ, ਅਸੀਂ ਕਿਹੜੀ ਸ਼ਾਨ ਨਾਲ ਤੁਰੇ ਫਿਰਦੇ ਆ। ਸੋ ਸਾਨੂੰ ਜਾ ਕੇ ਉਸ ਪ੍ਰੋਟੈਸਟ ਦੇ ਵਿੱਚ ਉੱਥੇ ਬੈਠਣਾ ਚਾਹੀਦਾ। ਸਾਡੇ ਗੁਰੂ ਦੀ ਬੇਅਦਬੀ ਆ ਜਿਹੜਾ, ਉਹਦਾ ਇਨਸਾਫ ਲੈਣ ਲਈ ਸਾਨੂੰ ਰੋਸ ਆ ਜਿਹੜਾ ਉਹ ਉੱਥੇ ਆਪਣਾ ਜਿਤਾਉਣਾ ਚਾਹੀਦਾ, ਤੇ ਜੇ ਸਾਡੀ ਜਾਨ ਵੀ ਲਾਉਣੀ ਪਊ ਤਾਂ ਸਾਨੂੰ ਉੱਥੇ ਜਾਨ ਦੇਣੀ ਪਊਗੀ। ਤਾਂ ਫਿਰ ਬਾਕੀ ਸੰਗਤ ਦੁਬਾਰਾ ਇਕੱਠੀ ਹੁੰਦੀ ਹੈ? ਬਿਲਕੁਲ ਜੀ, ਸਾਰੀ ਸੰਗਤ ਫਿਰ ਦੁਬਾਰਾ ਇਕੱਠੀ ਹੁੰਦੀ ਆ। ਕਿੰਨੀ ਕੁ ਸੰਗਤ ਹੋਊਗੀ ਇੱਥੇ? ਤਕਰੀਬਨ ਜਦੋਂ ਗੋਲੀ ਚੱਲਦੀ ਆ 150 ਬੰਦਾ, 100 ਬੰਦਾ, ਜਿਹੜਾ 100-150 ਦੇ ਵਿਚਕਾਰ ਧਰਨੇ ਵਾਲਾ ਸੀ। ਵਿੱਚੇ ਬੀਬੀਆਂ ਵੀ ਸੀਗੀਆਂ, ਵਿੱਚੇ ਬੱਚੇ ਸੀ, ਵਿੱਚੇ ਬਜ਼ੁਰਗ ਸੀ ਤੇ ਵਿੱਚੇ ਭਾਈ ਸੀ। ਤੁਸੀਂ ਉਸ ਵੇਲੇ ਕਿੱਥੇ ਸੀਗੇ? ਮੈਂ ਉਸ ਵੇਲੇ ਬਾਹਰ ਸੀਗਾ, ਮੇਰਾ ਦਾਦਾ ਜੀ ਤੇ ਮੇਰੇ ਛੋਟਾ ਬ੍ਰਦਰ ਉਹ ਨਾਲ ਸੀਗੇ ਜੀ। ਤਾਂ ਫਿਰ ਜਦੋਂ ਤੁਹਾਡੇ ਤੱਕ ਗੱਲ ਪਹੁੰਚਦੀ ਹੈ, ਉਹ ਤੁਹਾਡੇ ਤੱਕ ਕਿਵੇਂ ਗੱਲ ਪਹੁੰਚਦੀ ਹੈ ਵੀ ਇੱਥੇ ਗੱਲ ਕੀ ਹੋ ਗਈ? ਮੇਰੇ ਤੱਕ ਥਰੂ ਫੋਨ ਪਤਾ ਲੱਗਦੀ ਆ, ਮੈਂ ਆਊਟ ਆਫ ਇੰਡੀਆ ਹੀ ਸੀਗਾ, ਤਾਂ ਮੈਨੂੰ ਤਾਂ ਤਕਰੀਬਨ ਇਹੀ ਦੱਸਿਆ ਜਾਂਦਾ ਕਿ ਪੱਟ 'ਚ ਗੋਲੀ ਲੱਗੀ ਆ, ਤਾਂ ਮੈਨੂੰ ਆਉਣ ਲਈ ਕਿਹਾ ਜਾਂਦਾ। ਪਰ ਥੋੜੇ ਸਮੇਂ ਬਾਅਦ ਮੈਨੂੰ ਪਤਾ ਲੱਗ ਜਾਂਦਾ ਕਿ ਡੈਡੀ ਦੇ ਪੱਟ 'ਚ ਗੋਲੀ ਨਹੀਂ ਲੱਗੀ ਆ, ਜਿਹੜੀ ਉਹ ਗੋਲੀ ਉਹਨਾਂ ਦੇ ਢਿੱਡ 'ਚ ਲੱਗੀ ਆ, ਤੇ ਉਹ ਹੈ ਨਹੀਂ ਇਸ ਦੁਨੀਆ ਤੇ। ਤਾਂ ਫਿਰ ਉਸ ਤੋਂ ਬਾਅਦ ਮੈਂ ਅਗਲੇ ਦਿਨ ਇੱਥੇ ਪੰਜਾਬ 'ਚ ਆ ਜਾਂਦਾ। ਅਗਲੇ ਦਿਨ ਹੀ? ਤੁਸੀਂ ਕਿਹੜੀ ਕੰਟਰੀ ਸੀਗੇ? ਮੈਂ ਈਸਟ ਅਫਰੀਕਾ ਦੇ ਵਿੱਚ ਸੀਗਾ, ਤੰਜ਼ਾਨੀਆ ਦੇ ਵਿੱਚ। ਤੰਜ਼ਾਨੀਆ ਸੀਗੇ। ਮੈਨੂੰ ਇਹ ਦੱਸੋ ਕਿ ਜਿਹੜੀ ਉਸ ਤੋਂ ਬਾਅਦ ਤੁਸੀਂ ਆਪਦੀ ਸਾਰੀ ਰਿਸਰਚ ਕਰਦੇ ਹੋ, ਆ ਕੇ ਤੁਸੀਂ 6 ਸਾਲ ਤੋਂ ਇਹ ਲੜਾਈ ਲੜ ਰਹੇ ਹੋ, ਬਿਲਕੁਲ ਕਰੀਅਰ ਛੱਡਤਾ, ਵਾਪਸ ਨਹੀਂ ਗਏ, ਸਭ ਕੁਝ ਤੁਸੀਂ ਛੱਡਤਾ ਆਪਣੀ ਜ਼ਿੰਦਗੀ 'ਚ। ਇਸ ਥਾਂ ਤੇ ਤੁਸੀਂ ਦੱਸ ਰਹੇ ਹੋ ਕਿ ਕਮਰਾ ਸੀਗਾ, ਇੱਕ ਛੋਟਾ ਜਿਹਾ ਜਿਹੜਾ ਬੱਸ ਸਟਾਪ ਬਣਿਆ ਹੁੰਦਾ, ਜਿਹੜਾ ਉਹ ਬੱਸ ਸਟਾਪ ਸੀਗਾ ਇੱਥੇ ਹਾਂਜੀ, ਉਹਦੀ ਆਰਟ ਲੈ ਕੇ ਜਿਹੜੀ, ਹਾਂਜੀ ਆ ਜਿਹੜਾ ਆਪਣਾ ਪੁਲੀ ਬਣੀ ਹੋਈ ਹੈ ਪੁਲੀ ਕੋਲੇ, ਇੱਥੇ ਉਹਦੀ ਆਰਟ ਲੈ ਕੇ ਜਿਹੜਾ ਉਹ ਕਮਰਾ ਸੀਗਾ, ਉਹਦੀ ਆਰਟ ਲੈ ਕੇ ਉਹਦੇ ਵਿੱਚ ਮਤਲਬ ਬੰਦੂਕ ਰੱਖ ਕੇ ਗੋਲੀਆਂ ਮਾਰੀਆਂ ਗਈਆਂ ਇਧਰ ਨੂੰ ਬੈਠੀ ਸੰਗਤ। ਉਸ ਕਮਰੇ 'ਚ ਪੁਲਿਸ ਆਂਦੀ ਹੈ ਔਰ ਉੱਥੇ ਔਰ ਪੁਲਿਸ ਦੀ ਗਿਣਤੀ ਦਾ ਅੰਦਾਜ਼ਾ ਕੋਈ? ਪੁਲਿਸ ਦੀ ਗਿਣਤੀ ਜਿਹੜੀ ਤਕਰੀਬਨ ਜਿਹੜੇ ਆਪਣੇ ਇਸ ਪਿੰਡ ਦੇ ਗਵਾਹ ਸਾਰੇ,
ਉਹਨਾਂ ਦੇ ਦੱਸਣ ਮੁਤਾਬਕ ਆਪਾਂ ਗੱਲ ਕਰਦੇ ਹਾਂ ਤਕਰੀਬਨ 1000 ਦੇ ਨੇੜੇ ਤੇੜ ਜਿਹੜੀ ਪੁਲਿਸ ਸੀ। 1000 ਦੇ ਨੇੜੇ ਪੁਲਿਸ ਔਰ 150 ਦੇ ਨੇੜੇ ਸੰਗਤ। ਬਿਲਕੁਲ ਬਿਲਕੁਲ, ਕਿਉਂਕਿ ਜਦੋਂ ਪੁਲਿਸ ਇਹ ਸਾਰਾ ਕੁਝ ਕਰਦੀ ਆ ਤਾਂ ਇਸ ਰੋਡ ਦੇ ਉੱਤੇ ਸਾਰੀ ਤੇ ਪੁਲਿਸ ਤੈਨਾਤ ਹੁੰਦੀ ਆ, ਤਾਂ ਉਹ ਤਕਰੀਬਨ ਇੱਥੋਂ 100 ਮੀਟਰ ਦੀ ਦੂਰੀ ਤੇ ਬੱਸ ਹੁੰਦੀ ਆ ਸਰਕਾਰੀ, ਜਿਹਦੇ ਚ ਆਉਂਦੇ ਆ ਉਹਨੂੰ ਉਹ ਸਾੜਦੇ ਆ। ਜਿਹੜੀ ਅੱਗ ਲੱਗੀ ਹੈ, ਜਿਹੜੀ ਕਿਆ ਸੰਗਤ ਨੇ ਅੱਗ ਲਾਈ ਹੈ ਬੱਸ ਬਿਲਕੁਲ, ਨੂੰ? ਸੰਗਤ ਆ ਰੋਡ ਤੋਂ ਅੱਗੇ ਨਹੀਂ ਗਈ, ਜਿਹੜੀ ਸਾਹਮਣੇ ਰੋਡ ਹੈ ਮੇਨ ਰੋਡ ਬਲੌਕ ਕੀਤੀ ਸੀ ਸੰਗਤ ਨੇ। NH 54 ਰੋਡ ਜਿਹੜੀ ਬਠਿੰਡਾ ਜਾ ਰਹੀ ਆ, ਸੰਗਤ ਇਸ ਤੇ ਜਮਾਂ ਨਹੀਂ ਸੀ, ਇੱਥੇ ਬੈਠੀ ਨਹੀਂ ਸੀ। ਸੰਗਤ ਆਪਣੇ ਪਿੰਡ ਵਾਲੀ ਰੋਡ ਤੇ ਬੈਠੀ ਸੀ, ਜਿਹੜੀ ਆ ਜਿਹੜੀ ਆਪਾਂ ਲਿੰਕ ਰੋਡ ਹੈ ਜਿੱਥੇ ਆਪਾਂ ਖੜੇ ਆ, ਜਿਹੜਾ ਆਪਣੇ ਪਿੰਡ ਨੂੰ ਜਾਣ ਵਾਲੀ ਰੋਡ ਆ, ਉਸ ਤੇ ਬੈਠੀ ਸੀ। ਤੇ ਉਹ ਜਿਹੜਾ ਗੋਲੀ ਚੱਲਣ ਤੋਂ ਪਹਿਲਾਂ ਵੀ ਇੱਥੇ ਪੁਲਿਸ ਜਿਹੜੀ ਪ੍ਰਸ਼ਾਦਾ ਪਾਣੀ ਉਸੇ ਸੰਗਤ ਦੇ ਨਾਲ ਛਕ ਰਹੀ ਸੀ। ਪੁਲਿਸ ਉੱਥੇ ਹੀ ਛਕਦੀ ਸੀ ਪ੍ਰਸ਼ਾਦਾ, ਉੱਥੇ ਹੀ ਪ੍ਰਸ਼ਾਦਾ ਪਾਣੀ ਪੁਲਿਸ ਉਹ ਛਕ ਰਹੀ ਸੀਗੀ। ਤਾਂ 14 ਤਰੀਕ ਨੂੰ ਸਵੇਰੇ ਪਹਿਲਾਂ 4 ਵਜੇ ਇੱਥੋਂ ਸੰਗਤ ਚੁੱਕ ਕੇ ਫਿਰ ਦੁਬਾਰਾ ਸੰਗਤ ਇਕੱਠੀ ਹੁੰਦੀ ਹੈ, ਦੁਬਾਰਾ ਜਿੰਨੀ ਕੁ ਇਕੱਠੀ ਹੁੰਦੀ ਆ। ਉਧਰੋਂ ਕੋਟਕਪੂਰੇ ਸਵੇਰੇ ਹੀ ਉੱਥੇ 14 ਨੂੰ ਸਵੇਰ ਹੀ ਉੱਥੇ ਹੋ ਜਾਂਦਾ ਹੈ, ਹੋ ਜਾਂਦਾ ਜੀ ਗੋਲੀ ਕਾਂਡ ਉੱਥੇ ਵੀ ਹੋ ਜਾਂਦਾ ਹੈ। ਸੰਗਤ ਖਦੇੜ ਦਿੰਦੇ ਆ, ਉੱਥੋਂ ਪੁਲਿਸ ਪਹੁੰਚ ਜਾਂਦੀ ਹੈ, ਕੀਤੀਆਂ ਜਾਂਦੀਆਂ। ਉੱਥੇ ਵੀ ਜਦੋਂ ਗੋਲੀ ਚੱਲਦੀ ਆ ਤਾਂ ਅਜੀਤ ਮੁੰਡਾ ਜਿਹਦੇ ਗੋਲੀ ਲੱਗਦੀ ਆ ਤੇ ਜਿਹੜਾ ਉਹ 'ਚ ਬਹੁਤ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੁੰਦਾ। ਤਾਂ ਇੱਥੇ ਉਦੋਂ ਤੱਕ ਸੰਗਤ ਤੱਕ ਗੱਲ ਪਹੁੰਚ ਗਈ ਸੀ ਵੀ ਉੱਥੇ ਕੋਟਕਪੂਰੇ ਆ ਗੱਲ ਹੋਗੀ? ਬਿਲਕੁਲ ਜੀ, ਕਿਉਂਕਿ ਇੱਥੇ ਸੰਗਤ ਜਿਹੜੀ ਕੋਟ ਨੂੰ ਜਾ ਰਹੀ ਸੀ ਉਹ ਰੁਕਦੀ ਇੱਥੇ ਰੁਕ ਗਈ। ਜਿਹੜੀ ਹੋਰ ਪਿੰਡਾਂ ਦੀ ਕੋਟਕਪੂਰੇ ਨੂੰ, ਕਿਉਂਕਿ ਕੋਟਕਪੂਰੇ ਵੱਡਾ ਧਰਨਾ ਸੀ, ਸਾਰੇ ਉਧਰ ਨੂੰ ਜਾ ਰਹੇ ਸੀ। ਜਦੋਂ ਕੋਟਕਪੂਰੇ ਗੋਲੀ ਚੱਲਦੀ ਆ ਤਾਂ ਸਾਰੇ ਪਿੰਡਾਂ 'ਚ ਵੀ ਗੱਲ ਫੈਲ ਜਾਂਦੀ ਆ ਵੀ ਕੋਟਕਪੂਰੇ ਗੋਲੀ ਚੱਲ ਗਈ, ਕਿਉਂਕਿ ਕੋਟਕਪੂਰੇ ਗੋਲੀ ਚੱਲਣ ਦਾ ਟਾਈਮ ਆ ਜਿਹੜਾ 6 ਤੋਂ 7 ਦੇ ਵਿਚਕਾਰ ਵਾਲਾ ਟਾਈਮ ਆ। ਬਿਲਕੁਲ, ਉੱਥੇ ਹਵੜਾ ਕਬੜੀ ਸਵੇਰੇ ਸਵੇਰ ਦਾ। ਤਾਂ ਜਿਹੜੇ ਲੋਕ ਇੱਥੋਂ ਜਾ ਰਹੇ ਹੁੰਦੇ ਆ ਟਰੱਕ ਭਰ ਕੇ ਜਾਂ ਕੋਈ ਕੈਂਟਰਾਂ ਤੇ ਜਾਂ ਆਪਦੇ ਸਾਧਨਾਂ ਤੇ, ਤਾਂ ਜਿਵੇਂ ਜਿੱਥੇ ਧਰਨਾ ਮਿਲਦਾ ਇੱਥੋਂ ਪਿੱਛੇ 2 ਕਿਲੋਮੀਟਰ ਬਰਗਾੜੀ ਆ, ਉੱਥੇ ਰੁਕ ਜਾਂਦੇ ਆ। ਉੱਥੇ ਵੀ ਧਰਨਾ ਸੀਗਾ, ਉੱਥੇ ਵੀ ਧਰਨਾ ਸੀ, ਕੁਝ ਉੱਥੇ ਰੁਕ ਜਾਂਦੇ ਆ, ਕੁਝ ਇੱਥੇ ਰੁਕ ਜਾਂਦੇ ਆ, ਕੁਝ ਅੱਗੇ ਪਿੰਡ ਢਿੱਲਵਾਂ ਪੈਂਦਾ ਤੇ ਉੱਥੇ ਰੁਕ ਜਾਂਦੇ ਆ। ਤਾਂ ਜਦੋਂ ਇੱਥੇ ਸੰਗਤ ਬੈਠੀ ਸੀ ਉੱਥੋਂ ਪਤਾ ਲੱਗਿਆ ਤਾਂ ਕੀ ਸੰਗਤ ਨੇ ਰਿਐਕਟ ਕੀਤਾ ਸੀ ਫਿਰ? ਨਹੀਂ ਦੇਖੋ, ਸੰਗਤ ਨੇ ਇੱਥੇ ਸੰਗਤ ਨੇ ਜਦੋਂ ਇੱਥੇ ਪੁਲਿਸ ਪੱਥਰਬਾਜ਼ੀ ਕੀਤੀ ਨਹੀਂ, ਜਦੋਂ ਇੱਥੇ ਪੁਲਿਸ ਕੋਟਕਪੂਰੇ ਦਾ ਧਰਨਾ ਖਦੇੜ ਕੇ ਚਰਨਜੀਤ ਸ਼ਰਮੇ ਵਰਗੇ ਉੱਥੇ ਗੋਲੀਆਂ ਚਲਾ ਕੇ ਇੱਧਰ ਨੂੰ ਆਉਂਦੇ ਆ। ਪਹਿਲਾਂ ਚਰਨਜੀਤ ਸ਼ਰਮੇ ਹੋਰੇ ਉੱਥੇ ਕਰਦੇ, ਪਹਿਲਾਂ ਚਰਨਜੀਤ ਸ਼ਰਮੇ ਹੋਣੀ ਕੋਟਕਪੂਰੇ ਕਰਦੇ ਆ। ਉੱਥੇ ਤਕਰੀਬਨ 6 ਤੋਂ 7 ਦਾ ਸਮਾਂ ਜਿਹੜਾ ਇੱਥੇ ਆ, ਇੱਥੇ 9 ਦੇ ਤਕਰੀਬ ਜਿਹੜੀ ਗੋਲੀ ਚੱਲਦੀ ਆ। ਤਾਂ ਉੱਥੋਂ ਬਾਅਦ ਪੁਲਿਸ ਇੱਥੇ ਆਉਂਦੀ ਹੈ? ਉੱਥੋਂ ਬਾਅਦ ਚ ਹੋਰ ਪੁਲਿਸ ਵੀ ਜਿਵੇਂ ਤੁਸੀਂ ਕਹਿ ਰਹੇ ਹੋ 1000 ਦੇ ਕਰੀਬ ਸੀ, ਬਿਲਕੁਲ ਉਹ ਕੋਟਕਪੂਰੇ ਵਾਲੀ ਪੁਲਿਸ ਵੀ ਇੱਥੇ ਆ ਜਾਂਦੀ। ਬਿਲਕੁਲ, ਉੱਥੋਂ ਦੀ ਜਿਹੜੀ ਉਹ ਸਾਰਾ ਕਾਂਡ ਕਰਕੇ ਆਉਂਦੇ ਆ, ਉਹਨਾਂ ਦੇ ਵਿੱਚ ਜਿਹੜਾ ਚਿਹਰਾ ਬਾਈਬਲ ਦੇ ਵਿੱਚ ਪਛਾਣਿਆ ਜਾਂਦਾ ਚਰਨਜੀਤ ਸ਼ਰਮਾ, ਕਿਉਂਕਿ ਉਹਨੂੰ ਲੋਕ ਇਸ ਕਰਕੇ ਜਾਂਦੇ, ਸਾਡੇ ਥੋੜਾ ਟਾਈਮ ਪਹਿਲਾਂ ਜ਼ਿਲ੍ਹੇ ਦਾ ਉਹ SSP ਵੀ ਰਹਿ ਕੇ ਗਿਆ ਜੀ, ਤੇ ਉਹਨੂੰ ਲੋਕਾਂ ਨੇ ਬਖੂਬੀ ਇੱਥੇ ਪਹਿਚਾਣਿਆ ਵੀ ਜਿਹੜਾ ਜਦੋਂ ਉਹ ਕਾਂਡ ਕਰਦਾ ਇੱਥੇ ਆਉਂਦੇ ਆ, ਪੁਲਿਸ ਆ ਕੇ ਪਹਿਲਾਂ ਉਹਨਾਂ ਤੇ ਲਾਠੀ ਚਾਰਜ ਕਰਦੀ ਆ, ਲੰਗਰ ਜਿਹੜਾ ਵਰਤਾ ਰਹੇ ਉਹਨਾਂ ਨੂੰ ਖਿਲਾਰਦੀ ਆ, ਉਹਨਾਂ ਨੂੰ ਪਹਿਲਾਂ ਲੰਗਰ ਦੀ ਬੇਅਦਬੀ ਕਰਦੇ ਆ, ਭਾਂਡੇ ਜਿਹੜੇ ਪਏ ਹੁੰਦੇ ਆ ਉਹਨਾਂ ਨੂੰ ਬੈਂਚਾਂ ਨੂੰ ਮੁੱਧਾ ਕਰ ਦਿੰਦੇ ਆ, ਲੋਕਾਂ ਨੂੰ ਪਿੱਛੇ ਲੈ ਕੇ ਜਾਂਦੇ ਆ। ਫਿਰ ਲੋਕਾਂ ਦੇ ਵਿੱਚ ਲੋਕ ਇਕੱਠੇ ਹੁੰਦੇ ਆ, ਲੋਕ ਜਦੋਂ ਮੂਹਰ ਨੂੰ ਆਉਂਦੇ ਆ ਫਿਰ ਉਸ ਤੋਂ ਬਾਅਦ ਉਹ ਗੋਲੀ ਚਲਾ ਦਿੱਤੀ ਜਾਂਦੀ ਉਹਨਾਂ ਵੱਲੋਂ। ਤਾਂ ਤੁਸੀਂ ਕਹਿ ਰਹੇ ਹੋ ਕਿ ਇਸ ਥਾਂ ਤੇ ਇੱਕ ਉਹ ਵੀ ਦੇਖੋ ਢਾਹ ਦਿੱਤਾ ਗਿਆ, ਉਹ ਰੋਡ ਬੰਦ ਖਤਮ ਹੋ, ਰੋਡ ਬੰਦ ਕਰਕੇ ਕੋਈ ਉਹਨਾਂ ਦੀ ਪਾਲਿਸੀ ਹੋਵੇ, ਰੋਡ ਬੰਦ ਕਰਕੇ ਉਹ ਕਮਰਾ ਜਿਹੜਾ ਇੱਥੋਂ ਇਸ ਥਾਂ ਤੇ ਉਹ ਕਮਰਾ ਸੀਗਾ। ਔਰ ਜਿਵੇਂ ਬੜੀ ਓਨੈਸਟੀ ਨਾਲ ਸੁਖਰਾਜ ਇਹ ਗੱਲ ਕਰ ਰਹੇ ਆ ਕਿ ਢਾਹ ਨਹੀਂ ਦਿੱਤਾ ਗਿਆ, ਰੋਡ ਬਣੀ ਤਾਂ ਪੁਲੀ ਬਣੀ। ਔਰ ਇਸ ਥਾਂ ਤੇ ਜਿੱਥੇ ਦੇਖ ਰਹੇ ਹੋ ਇੱਥੇ ਇੱਕ ਬੱਸ ਸਟੈਂਡ ਦਾ ਇੱਕ ਛੋਟਾ ਕਮਰਾ ਸੀ, ਔਰ ਉਹਦੀ ਇੱਕ ਓਟ ਲੈ ਕੇ ਉਹਦੀ ਆੜ 'ਚ ਜਿਹੜੀ ਫਾਇਰਿੰਗ ਇੱਥੋਂ ਕੀਤੀ ਜਾਂਦੀ ਹੈ। ਤਾਂ ਇਸ ਥਾਂ ਤੋਂ ਜਿਵੇਂ ਸੁਖਰਾਜ ਦੱਸ ਰਹੇ ਕਿ ਇਸ ਥਾਂ ਤੇ ਉਹ ਕਮਰਾ ਬਣਿਆ ਸੀ, ਇਸ ਕਮਰੇ ਤੋਂ ਟੁਵਰਡਸ ਉਧਰ ਜਿਹੜਾ ਉਹ ਗੇਟ ਵੀ ਬਾਅਦ 'ਚ ਬਣਿਆ। ਗੇਟ ਬਾਅਦ 'ਚ ਬਣਿਆ, ਗੇਟ ਜਿਹੜਾ ਗੇਟ ਦਾ ਦੂਸਰਾ ਕਾਰਨਰ ਆ, ਦੂਜੀ ਆਪਣੇ ਇਸ ਪਾਸੇ ਖੱਬੀ ਸਾਈਡ ਆ, ਉੱਥੇ ਮੇਰੇ ਫਾਦਰ ਸਾਹਿਬ ਹੁੰਦੇ ਆ, ਤੇ ਜਿਹੜੀ ਆਪਣੀ ਇਧਰੋਂ ਅੱਜ ਇੱਥੇ ਪੋਲ ਲੱਗਿਆ ਇੱਥੇ ਗੁਰਜੀਤ ਵੀਰਾ ਹੁੰਦਾ। ਤਾਂ ਉਦੋਂ ਗੁਰਜੀਤ ਹੋਣੇ ਔਰ ਕ੍ਰਿਸ਼ਨ ਭਗਵਾਨ ਜੀ ਖੜੇ ਸੀ ਜਾਂ ਉਹ ਸੰਗਤ ਨੂੰ ਕੁਝ? ਸੰਗਤ ਪ੍ਰਸ਼ਾਦਾ ਛਕ ਰਹੀ ਸੀ, ਪੁਲਿਸ ਵੀ ਛਕ ਰਹੀ ਸੀ, ਸਾਰੇ ਕਤਾਰਾਂ ਦੇ ਵਿੱਚ ਬੈਠੇ ਸੀਗੇ, ਛਕਾ ਰਹੇ ਸੀ ਪ੍ਰਸ਼ਾਦਾ। ਤਾਂ ਜਦੋਂ ਪੁਲਿਸ ਦੀ ਹੁੱਲੜਬਾਜ਼ੀ ਹੁੰਦੀ ਆ ਤਾਂ ਉਦੋਂ ਇਹ ਕੁਝ ਕਹਿ ਲਓ ਵੀ ਟਿਕਾਉਣ ਦੇ ਲਈ ਵੀ ਕਹਿੰਦੇ ਵੀ ਨਾ ਇਦਾਂ ਦਾ ਕੰਮ ਹੋਵੇ। ਉਦੋਂ ਇਹ ਮੂਹਰੇ ਸੀਗੇ, ਇਧਰਲੇ ਪਾਸੇ ਗੁਰਜੀਤ ਸੀ, ਉਧਰਲੇ ਪਾਸੇ ਫਾਦਰ ਸਾਹਿਬ ਸੀਗੇ। ਪਹਿਲਾਂ ਗੁਰਜੀਤ ਦੇ ਗੋਲੀ ਵੱਜਦੀ ਆ, ਫਿਰ ਫਾਦਰ ਸਾਹਿਬ ਦੇ, ਉਸ ਤੋਂ ਪਿੱਛੇ ਇੱਕ ਮੇਰੇ ਪਿੰਡ ਦਾ ਮੇਰਾ ਨੌਜਵਾਨ ਸੀ ਪਿੰਡ ਦਾ, ਬੇਅੰਤ ਸਿੰਘ ਨਾਮ ਆ, ਫਿਰ ਉਹਦੇ ਗੋਲੀ ਵੱਜਦੀ ਆ, ਉਹਦੇ ਵੀ ਗੋਲੀ ਵੱਜਦੀ ਆ। ਤੇ ਗੁਰਜੀਤ ਦੀ ਪਹਿਲਾਂ ਇੱਥੇ ਗੁਰਜੀਤ ਔਨ ਦਾ ਸਪੌਟ ਡੈਥ ਹੋ ਜਾਂਦੀ ਆ। ਤਾਂ ਇੱਕ ਥੋੜਾ ਦਰਸ਼ਕਾਂ ਨੂੰ ਇਹ ਦੱਸਣਾ ਚਾਹੁੰਦਾ ਮੈਂ, ਸੁਖਰਾਜ ਤੁਹਾਨੂੰ ਇੱਥੇ ਟੋਕ ਰਿਹਾ ਕਿ ਜਦੋਂ ਇੱਥੋਂ ਪਹਿਲੀ ਗੋਲੀਆਂ ਚੱਲੀਆਂ ਤਾਂ ਪਹਿਲੀ ਗੋਲੀ ਜਿਹੜੀ ਹੈ ਇਸ ਜਗ੍ਹਾ ਤੋਂ, ਜਿਹੜਾ ਇੱਥੇ ਕਮਰਾ ਬਣਾਇਆ ਗਿਆ ਸੀ, ਉੱਥੋਂ ਟੁਵਰਡਸ ਜਦੋਂ ਇਸ ਦਿਸ਼ਾ ਦੇ ਵਿੱਚ ਮਾਰੀ ਗਈ, ਜਿਹੜਾ ਓਟ ਲੈ ਕੇ ਕਮਰੇ ਦੀ ਅਸੀਂ ਦੱਸੀ ਹੈ ਪੁਲਿਸ ਨੇ। ਔਰ ਬੱਸ ਜਿਹੜੀ ਜਿਹਨੂੰ ਅੱਗ ਲੱਗੀ ਸੀ ਉਹਦੇ ਬਾਰੇ ਵੀ ਜ਼ਿਕਰ ਕਰਦੇ ਹੋ, ਪਰਾਂ ਖੜੀ ਸੀ, ਇੱਥੋਂ ਜਿੱਥੇ ਅਸੀਂ ਖੜੇ ਹਾਂ ਬੱਸ ਇਸ ਤੋਂ ਪਰਾਂ ਖੜੀ ਸੀ। ਇੱਥੋਂ ਪਹਿਲੀ ਗੋਲੀ ਗੁਰਜੀਤ ਦੇ ਵੱਜੀ ਔਰ ਗੁਰਜੀਤ ਦੀ ਔਨ ਦਾ ਸਪੌਟ ਡੈਥ ਹੋ ਗਈ। ਬਿਲਕੁਲ। ਔਰ ਗੁਰਜੀਤ ਦੇ ਕਿੱਥੇ ਵੱਜੀ ਸੀ ਗੋਲੀ? ਗੁਰਜੀਤ ਦੇ ਮੱਥੇ 'ਚ, ਇੱਥੇ ਅੱਖ ਦੇ ਉੱਪਰ ਗੋਲੀ ਵੱਜਦੀ ਆ ਤੇ ਆਰ ਪਾਰ ਹੋ ਜਾਂਦੀ ਹੈ ਉਹਨਾਂ ਦੇ ਸਿਰ 'ਚ।
ਫਿਰ ਉਸ ਤੋਂ ਬਾਅਦ ਉਹਦੇ ਮਗਰ ਤੁਹਾਡੇ ਪਿਤਾ ਸੀ? ਪਿਤਾ ਜੀ ਮੇਰੇ ਸਾਈਡ ਤੇ ਸੀ, ਉਹਨਾਂ ਦੇ ਢਿੱਡ 'ਚ ਵੱਜਦੀ ਆ ਤੇ ਉਹ ਢੂਈ ਜਿਹੜੀ ਸਾਈਡ ਤੋਂ ਖਿਲਰ ਜਾਂਦੀ ਆ ਪਿੱਛੋਂ। ਉਸ ਤੋਂ ਪਿੱਛੇ ਬੇਅੰਤ ਸਿੰਘ ਸੀ ਮੁੰਡਾ, ਉਹਨਾਂ ਦੇ ਪੱਟ 'ਚ ਵੱਜਦੀ ਆ, ਪ੍ਰਾਈਵੇਟ ਪਾਰਟ ਦੀ ਲੰਘ ਕੇ ਗੋਲੀ, ਜਿਹੜਾ ਉਹ ਬਹੁਤ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੁੰਦਾ। ਤਾਂ ਫਾਦਰ ਸਾਹਿਬ ਨੂੰ ਮੇਰੇ ਦਾਦਾ ਜੀ ਚੱਕਦੇ ਆ, ਜਦੋਂ ਗੋਲੀਆਂ ਵੱਜ ਜਾਂਦੀਆਂ ਤਾਂ ਲੋਕ ਭੱਜ ਜਾਂਦੇ ਆ ਤਕਰੀਬਨ। ਜ਼ਾਹਰ ਜੀ ਗੱਲ ਹੈ, ਇੱਥੇ ਗੱਲ ਤਾਂ ਇਹ ਸੀ ਵੀ ਪੁਲਿਸ ਇਹਨਾਂ ਨੂੰ ਲੈ ਕੇ ਵੀ ਜਾ ਸਕਦੀ ਸੀ। ਹਾਂ, ਗੋਲੀਆਂ ਮਾਰ ਕੇ ਇਹਨਾਂ ਨੂੰ ਚੱਕ ਕੇ ਲੈ ਕੇ ਲਾਸ਼ਾਂ ਕੋਈ ਬਗਾਨੇ ਮੁਲਕ ਨਾਲ ਜੰਗ ਥੋੜੀ ਸੀਗੀ। ਲਾਸ਼ਾਂ ਜਿਹੜੀਆਂ ਇਹਨਾਂ ਦੀਆਂ ਖੁਰਦ-ਬੁਰਦ ਕਰਨ ਦੇ ਵਿੱਚ ਸਫਲ ਹੋ ਸਕਦੀ ਸੀ ਜੇ ਉਹਦੇ ਵਿੱਚ ਪਰਿਵਾਰਕ ਮੈਂਬਰ ਨਾ ਹੁੰਦੇ। ਅੱਛਾ, ਕਿਉਂਕਿ ਇੱਕ ਸੈਂਟੀਮੈਂਟਲ ਵੀ ਹੁੰਦੇ ਆ, ਜਦੋਂ ਇੱਕ ਪੁੱਤ ਦੇ ਗੋਲੀ ਵੱਜਦੀ ਆ ਤੇ ਪਿਓ ਦੇਖ ਰਿਹਾ। ਮੇਰੇ ਦਾਦਾ ਜੀ ਉੱਥੇ ਦੇਖ ਰਹੇ ਸੀਗੇ ਉਹਨਾਂ ਨੂੰ, ਉਹਨਾਂ ਦੇ ਗੋਲੀ ਵੱਜਦੀ ਆ ਤਾਂ ਉਹ ਲੋਕਾਂ ਨੂੰ ਬੋਲਦੇ ਆਪਦੇ ਉਸ ਸ਼ਬਦ ਉਸ ਟਾਈਮ ਉਹਨਾਂ ਦੇ ਆ ਵੀ ਇਹਨੂੰ ਚੱਕ ਗਏ। ਉਹਨਾਂ ਦੇ ਪੱਗ ਜਿਹੜੀ ਆ ਉਹਨਾਂ ਦੇ ਸਿਰ ਵਾਲੀ ਵੀ ਪਿੱਛੇ ਪੈ ਜਾਂਦੀ ਆ, ਬੰਨ੍ਹਦੇ ਆ, ਤੇ ਆਪਦੇ ਸਿਰ ਵਾਲੀ ਪੱਗ ਨਾਲ ਵੀ ਉਹਨਾਂ ਦੀ ਢੂਈ ਬੰਨ੍ਹਦੇ ਆ, ਜਿਹਦੇ ਵਿੱਚ ਪਿਤਾ ਜੀ ਬੋਲਦੇ ਜ਼ਰੂਰ ਹੁੰਦੇ ਆ ਬਈ ਮੈਂ ਠੀਕ ਆ, ਤੁਸੀਂ ਦੂਜੇ ਨੂੰ ਦੇਖੋ। ਅੱਛਾ, ਉਹ ਗੱਲਬਾਤ ਉਦੋਂ ਕਰ ਰਹੇ ਸੀ? ਗੱਲਬਾਤ ਕਰਦੇ ਆ, ਤਕਰੀਬਨ ਅੱਧਾ ਕੁ ਘੰਟਾ ਜਿਹੜੀ ਗੱਲਬਾਤ ਰਹਿੰਦੀ ਆ, ਅੱਧੇ ਘੰਟੇ ਬਾਅਦ ਉਹਨਾਂ ਦੀ ਹੋਸ਼ 'ਚ ਰਹਿੰਦੇ, ਅੱਧਾ ਘੰਟਾ ਹੋਸ਼ ਪੂਰਾ ਉਹਨਾਂ ਨੂੰ ਹੋਸ਼ ਹੁੰਦਾ। ਜਾਣ ਲੱਗੇ ਫਤਿਹ ਬੁਲਾ ਕੇ ਜਾਂਦੇ ਆ, ਕਹਿੰਦੇ ਆ ਬਈ ਬਸ ਮੈਂ ਬਚ ਨਹੀਂ ਸਕਦਾ। ਉਹਨਾਂ ਦੀ ਆਖਰੀ ਫਤਿਹ ਹੁੰਦੀ ਆ, ਉਹ ਹਸਪੀਟਲ ਪਹੁੰਚਣ ਤੋਂ ਪਹਿਲਾਂ ਜਿਹੜੀ ਉਹ ਫਤਿਹ ਹੋ ਜਾਂਦੀ। ਤਾਂ ਦਾਦਾ ਜੀ ਨਾਲ ਅਕਸਰ ਤੁਸੀਂ ਗੱਲ ਕਰਦੇ ਹੋਵੋਗੇ, ਤੁਸੀਂ ਉਦੋਂ ਬਾਹਰ ਸੀਗੇ, ਉਹਨਾਂ ਵਾਸਤੇ ਤਾਂ ਦੱਸਣਾ ਜਾਂ ਇਹ ਜਜ਼ਬਾਤ ਸਾਂਝੇ ਕਰਨੇ ਬਹੁਤ ਔਖੇ ਨੇ। ਬਿਲਕੁਲ ਬਾਈ ਜੀ, ਹਰ ਵਾਰ ਮੈਥੋਂ ਵੀ ਨਹੀਂ ਸਾਂਝੇ ਹੁੰਦੇ, ਕਿਉਂਕਿ ਸੀਨ ਉਹਨਾਂ ਦੇ ਦੱਸਣ ਮੁਤਾਬਕ ਆ ਜਿਹੜਾ ਸਾਹਮਣੇ ਆ ਜਾਂਦਾ। ਕਿਵੇਂ ਇੱਕ ਪੁੱਤ ਨੂੰ ਪਿਓ ਚੱਕ ਰਿਹਾ, ਚੱਕ ਕੇ ਲੋਕਾਂ ਦੇ ਤਰਲੇ ਕੱਢ ਰਿਹਾ, ਉੱਪਰੋਂ ਪੁਲਿਸ ਵਾਲਾ ਕਹਿ ਰਿਹਾ ਕਿ ਬਜ਼ੁਰਗਾ ਭੱਜ ਜਾ, ਗੋਲੀ ਆਉਂਦੀ ਆ। ਉਹ ਉਹਨਾਂ ਨੂੰ ਮੇਰੇ ਦਾਦਾ ਜੀ ਨੂੰ ਪੁਲਿਸ ਵਾਲਾ ਕਹਿ ਰਿਹਾ, ਤੇ ਉਹਨਾਂ ਦੇ ਬੋਲ ਹੁੰਦੇ ਆ ਯਾਰ ਜਦੋਂ ਤੂੰ ਮੇਰਾ ਪੁੱਤ ਮਾਰਤਾ ਤੇ ਮੈਨੂੰ ਕੀ ਆ, ਮੈਨੂੰ ਵੀ ਮਾਰ ਦੇ। ਸੋ ਇਹ ਜਿਹੜਾ ਦੁਖਾਂਤ ਆ, ਜਦੋਂ ਕਦੇ ਘਰੇ ਸਾਂਝਾ ਕਰਦਾ ਜਾਂ ਬਾਪੂ ਕੋਲੇ ਬਹਿਨਾ, ਦਾਦੇ ਕੋਲੇ, ਤਾਂ ਗੱਲਬਾਤ ਹੁੰਦੀ ਨਹੀਂ ਇਸ ਵਿਸ਼ੇ ਤੇ। ਫਿਰ ਹਸਪੀਟਲ ਲੈ ਕੇ ਗਏ? ਉਦੋਂ ਬਾਅਦ ਹਸਪੀਟਲ ਜਾਂਦੇ ਆ, ਬਾਹਰ 'ਚ ਹੀ ਜਾਂਦੇ ਆ, ਹਸਪੀਟਲ ਡੈਡ ਡਿਕਲੇਅਰ ਕਰ ਦਿੰਦੇ। ਇੱਥੇ ਕੋਟਕਪੂਰੇ ਜੈਤੋ ਸਿਵਲ ਹਸਪੀਟਲ, ਜੈਤੋ ਲੈ ਕੇ ਜਾਂਦੇ। ਸੁਖਰਾਜ, ਅੱਜ ਕਿੱਥੇ ਖੜਾ ਹੈ ਮੁੱਦਾ? 5 ਸਾਲ ਤੁਸੀਂ ਦਿਨ ਰਾਤ ਲੱਗੇ ਰਹੇ, ਕੁੰਵਰ ਵਿਜੇ ਪ੍ਰਤਾਪ ਦੀ SIT ਬਣਦੀ ਹੈ, ਤੁਹਾਨੂੰ ਆਸ ਹੁੰਦੀ ਹੈ, ਚਲਾਨ ਪੇਸ਼ ਹੁੰਦੇ ਹੈ, ਹਾਈ ਕੋਰਟ ਜੋ ਆਰਡਰ ਦਿੰਦਾ ਉਹਦੇ ਤੇ ਜੋ ਰਿਪੋਰਟ ਹਾਈ ਕੋਰਟ ਦੇ ਆਉਂਦੀ ਹੈ, ਨਵੀਂ SIT ਹੁਣ ਬਣਾਤੀ, ਸਰਕਾਰ ਦਾ ਆਪਣਾ ਰੇੜਕਾ ਹੈ, ਕੋਈ ਉਮੀਦ ਹੈ ਤੁਹਾਨੂੰ? ਮੈਂ ਇੱਥੇ ਗੱਲ ਕਹਿਣਾ, ਮੌਤ ਇੱਕ ਵਾਰੀ ਹੁੰਦੀ ਆ, ਬੰਦੇ ਤੋਂ ਸਹਿਣ ਨਹੀਂ ਹੁੰਦੀ। ਮੇਰੇ ਲਈ ਨਿਤ ਤਰੀਕ ਤੇ ਜਾਣਾ ਇੱਕ ਸੰਗਤ ਵੱਲੋਂ, ਮਤਲਬ ਗੁਰੂ ਦੀ ਬੇਅਦਬੀ ਦਾ ਪ੍ਰੋਟੈਸਟ ਕਰਦੇ ਆ, ਬਾਪੂ ਦੇ ਗੋਲੀ ਲੱਗ ਜਾਂਦੀ ਹੈ ਤੇ ਉਹਦਾ ਨਿਆਂ ਲੈਣ ਲਈ ਮੈਂ ਅਦਾਲਤਾਂ ਦੇ ਧੱਕੇ ਖਾ ਰਿਹਾ। ਮੇਰੇ ਲਈ ਉਹ ਨਿੱਤ ਮੌਤ ਹੁੰਦੀ ਆ, ਮੇਰਾ ਇੱਥੋਂ ਲੰਘਣਾ ਵੀ ਬਹੁਤ ਮੁਸ਼ਕਲ ਹੁੰਦਾ। ਮੈਂ ਨਿੱਤ ਸੋਚ ਕੇ ਜਦੋਂ ਲੰਘਦੇ ਆ ਤਾਂ ਲੰਘਣਾ ਵੀ ਬਹੁਤ ਔਖਾ ਮੈਨੂੰ ਇੱਥੋਂ। ਪਰ ਇਹ ਸਰਕਾਰਾਂ ਨਿਆਂ ਨਹੀਂ ਦੇਣਾ ਚਾਹੁੰਦੀਆਂ, SITਆਂ ਬਣਾ ਕੇ ਆਪਣੀਆਂ ਵੋਟਾਂ ਦੀ ਖਾਤਰ ਇਹ ਲੋਕਾਂ ਨੂੰ ਇੰਨਾ ਕੁ ਭੰਬਲ ਭੂਸੇ 'ਚ ਪਾ ਰਹੀਆਂ। ਜੇ ਮੈਂ ਇਨਵੈਸਟੀਗੇਸ਼ਨ ਦੀ ਗੱਲ ਕਰਾਂ ਵੀ 4.5 ਸਾਲ ਦਾ ਸਮਾਂ ਆਹ ਸਰਕਾਰ ਨੇ ਟਪਾਤਾ, 1.5 ਸਾਲ ਪਿਛਲੀ ਨੇ ਟਪਾਤਾ, 12-13 ਮਹੀਨਿਆਂ ਦਾ ਸਮਾਂ ਉਹਨਾਂ ਨੇ ਟਪਾਇਆ, 4.5 ਸਾਲ ਇਹਨਾਂ ਨੇ ਟਪਾਤੇ, ਤੇ ਇਨਸਾਫ ਦੇਣ ਦੀ ਗੱਲ ਕਿਸੇ ਨੇ ਨਹੀਂ ਕੀਤੀ। SITਆਂ ਜਿੰਨੀਆਂ ਮਰਜ਼ੀ ਬਣਾਈ ਜਾਣ, ਕਿਸੇ ਨੂੰ ਇਹਨਾਂ ਨੇ ਕੋਈ ਇਨਸਾਫ ਨਹੀਂ ਦੇਣਾ। ਕਿਉਂਕਿ ਮੈਂ 6 ਸਾਲ ਨੂੰ ਇਹਨਾਂ ਦੇ ਵਿੱਚ ਰਹਿ ਕੇ ਵੇਖ ਲਿਆ, ਇਹਨਾਂ ਨੇ ਵਾਧੇ ਕਰਮ ਵੱਲ ਨਹੀਂ ਜਾਣਾ, ਇਹਨਾਂ ਨੇ ਕਮੀ ਕੱਢ ਕੇ ਉਹਨੂੰ ਪਿੱਛੇ ਲੈ ਕੇ ਆਉਣਾ। ਇੱਕ ਇਹ ਤਾਂ ਦੇਖਣ, ਇੱਕ ਮੌਤ ਤਾਂ ਹੋਈ ਆ, ਜ਼ਾਹਰ ਜੀ ਗੱਲ ਆ ਵੀ ਇੱਥੇ 2 ਮਰਡਰ ਤਾਂ ਹੋਏ ਆ, ਤੁਸੀਂ ਉਹਨਾਂ ਦਾ ਇਨਸਾਫ ਤਾਂ ਦੇ ਦਿਓ। ਉਹਦੇ ਲਈ ਵੀ ਇਹ ਸਬੂਤ ਭਾਲਦੇ ਆ, ਸਾਰਿਆਂ ਨੂੰ ਪਤਾ 150-200 ਬੰਦਾ ਗਵਾਹ ਹੋਵੇ। ਮੈਂ ਕਿਸੇ ਦੇ ਜਾਣ ਦਾ ਦੁੱਖ ਨਹੀਂ ਕਰਦਾ। 2 ਦਿਨ ਪਹਿਲਾਂ ਜਗਰਾਵਾਂ ਦੇ ਵਿੱਚ ਘਟਨਾ ਵਾਪਰਦੀ ਆ, 2 ਪੁਲਿਸ ਵਾਲੇ ਮਾਰੇ ਜਾਂਦੇ ਆ। ਸਿਰਫ ਅੱਜ 3 ਦਿਨ ਦਾ ਸਮਾਂ ਬੀਤਿਆ ਤੇ ਅੱਜ ਕਿਹਾ ਜਾਂਦਾ ਵੀ ਉਹਨਾਂ ਦੇ ਜਿਹੜੇ ਕਤਲ ਆ ਕਰਨ ਵਾਲੇ ਉਹ ਫੜ ਲਏ ਗਏ ਆ। ਕੀ ਸਾਡੇ ਮੇਰੇ ਬਾਪ ਦੇ ਵਿੱਚ ਜਾਨ ਨਹੀਂ ਸੀ, ਜਾਂ ਉਹ ਇਨਸਾਨ ਨਹੀਂ ਸੀ? ਉਹਨਾਂ ਦੇ ਜਿਹੜਾ ਸ਼ਰੇਆਮ ਕਤਲ ਹੋਇਆ ਉਹਦੇ ਤੇ 100-200 ਗਵਾਹ ਹੋਣ, ਤਾਂ ਉਹਦੇ ਲਈ ਵੀ ਇਨਵੈਸਟੀਗੇਸ਼ਨਾਂ ਲੱਗ ਰਹੀਆਂ। ਇਨਵੈਸਟੀਗੇਸ਼ਨਾਂ ਤੇ ਲਿਊਜ਼ ਕੋਡ ਭਾਲ ਕੇ ਤੇ ਉਹਨਾਂ ਨੂੰ ਇਹ ਕਿਹਾ ਜਾਂਦਾ ਵੀ ਇਹ ਹਜੇ ਗੱਲ ਬਣੀ ਨਹੀਂ, ਹੋਰ ਪਤਾ ਨਹੀਂ ਕਿਵੇਂ ਗੱਲ ਬਣਾਉਣੀ ਹੈ। ਮੈਂ ਇਹਨਾਂ ਅਦਾਲਤਾਂ ਤੋਂ ਤੇ ਇਹਨਾਂ ਤੋਂ ਅੱਕ ਚੁੱਕਿਆ ਬਾਈ, ਮੈਂ ਚਾਹੁੰਦਾ ਨਹੀਂ ਮੈਂ ਅਦਾਲਤਾਂ 'ਚ ਜਾਵਾਂ ਹੁਣ। ਕਸੂਰਵਾਰ ਕੌਣ ਹੈ ਤੁਹਾਡੀਆਂ ਨਜ਼ਰਾਂ 'ਚ? ਕਤਲ ਦਾ ਕਸੂਰਵਾਰ ਕੌਣ ਹੈ? ਪ੍ਰਸ਼ਾਸਨ ਤੇ ਸਰਕਾਰ ਆ ਬਾਈ। ਕੋਈ ਸਪੈਸੀਫਿਕ ਬੰਦੇ ਜਿਹੜੇ ਤੁਸੀਂ ਚਾਹੁੰਦੇ ਹੋ ਕਿ ਉਹ ਪਿੱਛੇ ਜਾਣ? ਬਾਈ ਦੇਖੋ, ਜਿਵੇਂ ਆਪਾਂ ਇਨਵੈਸਟੀਗੇਸ਼ਨ ਦੀ ਇਹਨਾਂ ਦੇ ਸਬੂਤਾਂ ਦੇ ਆਧਾਰ ਤੇ ਗੱਲ ਕਰੀਏ, ਇੱਕ SSP ਕਿਵੇਂ ਬਿਨਾਂ DGP ਦੀ ਇਨਵੋਲਵਮੈਂਟ ਤੋਂ ਇੱਥੇ ਗੋਲੀਆਂ ਚਲਾ ਗਿਆ? ਕੀ SSP ਦੀ ਐਡੀ ਕਿੱਡੀ ਕੁ ਮਤਲਬ ਉਹਦੀ ਪਹੁੰਚ ਆ, ਜਾਂ ਉਹਦੀ ਇੰਨੀ ਕਿੰਨੀ ਕੁ ਪਾਵਰ ਆ ਉਹਦੀ ਵੀ ਉਹ ਇਕੱਲਾ ਇੱਥੇ ਏਡਾ ਕਾਂਡ ਨੂੰ ਕੰਮ ਕਰ ਗਿਆ? ਦੂਸਰੇ ਗੱਲ, IG ਰੈਂਕ
ਡੀਜੀਪੀ ਰੈਂਕ ਇਹਦੇ ਵਿੱਚ ਇਨਵੋਲਵ ਆ, ਸਾਰੇ ਅੱਜ ਤੱਕ ਦੀ ਇਨਵੈਸਟੀਗੇਸ਼ਨ ਦੇ ਵਿੱਚ ਆ ਗਿਆ। ਤੇ ਦੂਸਰੇ ਪਾਸੇ ਪੰਜਾਬ ਸਟੇਟ ਆ, ਇੱਕ ਸਰਕਾਰ ਚਲਾਉਂਦੀ ਆ ਤੇ ਸਰਕਾਰ ਦੇ ਅੰਡਰ ਆਉਂਦਾ, ਤਾਂ ਸਰਕਾਰ ਵੀ ਇਹ 'ਚ ਜ਼ਿੰਮੇਵਾਰ ਆ। ਤੁਸੀਂ ਪਿਛਲੀ ਅਕਾਲੀ ਸਰਕਾਰ ਨੂੰ, ਮੁੱਖ ਮੰਤਰੀ ਨੂੰ, ਡਿਪਟੀ ਮੁੱਖ ਮੰਤਰੀ ਨੂੰ ਕਸੂਰਵਾਰ ਸਮਝਦੇ ਹੋ? ਉਹਨਾਂ ਤੋਂ ਬਿਨਾਂ ਤਾਂ ਹੋ ਹੀ ਨਹੀਂ ਸਕਦਾ। ਜੇ ਸਰਕਾਰ ਜ਼ਿੰਮੇਵਾਰ ਆ, ਸਰਕਾਰ ਦੇ ਵਿੱਚ ਇਹ ਸਾਰੀ ਨਿਆਂ ਪ੍ਰਣਾਲੀ ਚੱਲਦੀ ਆ, ਸਰਕਾਰ ਦੇ ਵਿੱਚ ਪੁਲਿਸ ਪ੍ਰਸ਼ਾਸਨ ਆਉਂਦਾ ਹੈ, ਤਾਂ ਸਰਕਾਰ ਇਹ 'ਚ ਇੱਕ ਪਾਸੇ ਜ਼ਿੰਮੇਵਾਰ ਹੈਗੀ ਆ। ਉਸ ਤੋਂ ਵੱਧ ਅੱਜ ਦੀ ਸਰਕਾਰ ਜ਼ਿੰਮੇਵਾਰ ਹੈ, ਜਿਹੜੀ ਇਹਨਾਂ ਲਾਸ਼ਾਂ ਤੇ, ਇਹਨਾਂ ਜ਼ਖਮੀ ਹੋਇਆਂ ਤੇ, ਗੁਰੂ ਦੀ ਬੇਅਦਬੀ ਤੇ ਸਿਆਸਤ ਕਰਕੇ ਸਰਕਾਰ ਬਣਾਈ। 4.5 ਸਾਲ ਲੋਕਾਂ ਨੂੰ ਲਾਰੇ ਲਾਏ, ਲੋਕਾਂ ਨੂੰ ਬੁੱਧੂ ਬਣਾਇਆ। ਅੱਜ ਫੇਰ ਇੱਕ ਸੈੱਟ ਨਵੀਂ ਬਣਾ ਕੇ ਲੋਕਾਂ ਦੇ ਵਿੱਚ ਖੜੀ ਕਰਤੀ ਆ। ਜਿਹੜੀ ਤੁਹਾਡੀ ਪਹਿਲੀ ਸੈੱਟ ਬਣੀ ਸੀ ਇਨਸਾਫ ਤਾਂ ਉਹਨੇ ਨਹੀਂ ਅੱਜ ਤੱਕ, ਮਤਲਬ ਤੁਸੀਂ ਉਹਦੀਆਂ ਇਨਵੈਸਟੀਗੇਸ਼ਨਾਂ ਤੇ ਨਹੀਂ ਕਰ ਸਕੇ। ਭਰੋਸਾ ਸੀਗਾ ਕੁੰਵਰ ਵਿਜੇ ਪ੍ਰਤਾਪ ਦੀ ਸੈੱਟ ਤੇ? ਭਰੋਸਾ ਸੀਗਾ ਬਈ, ਇਨਵੈਸਟੀਗੇਸ਼ਨ ਤੇ ਪੂਰਾ ਭਰੋਸਾ ਸੀ ਜਿੱਥੋਂ ਤੱਕ ਹੋਈ ਆ ਅੱਜ ਤੱਕ। ਬਹੁਤ ਵਧੀਆ ਤੁਹਾਨੂੰ ਲੱਗਦਾ ਸੀ ਫ੍ਰੀ ਇਨਵੈਸਟੀਗੇਸ਼ਨ, ਫੇਅਰ ਇਨਵੈਸਟੀਗੇਸ਼ਨ ਹੋਈ? ਦੇਖੋ, ਜੋ ਅੱਜ ਤੱਕ ਹੋ ਗਿਆ, ਜਿੰਨੀ ਇਨਵੈਸਟੀਗੇਸ਼ਨ ਹੋ ਗਈ, ਜਿੰਨੀ ਗੱਲਬਾਤ, ਜਿੰਨੇ ਦੋਸ਼ੀ ਉਹ 'ਚ ਪਾਏ ਗਏ ਆ, ਤਕਰੀਬਨ ਬਹੁਤ ਸੰਤੁਸ਼ਟੀ ਸੀ ਮਨ ਨੂੰ ਕਿ ਹੁਣ ਇਸ ਨਿਆਂ ਪ੍ਰਣਾਲੀ ਦੇ ਵਿੱਚੋਂ ਚੰਗੇ ਫੈਸਲੇ ਆਉਣਗੇ। ਸਾਰਿਆਂ ਨੇ ਕਿਹਾ ਵੀ ਚਰਨਜੀਤ ਸ਼ਰਮੇ ਦੇ ਕਹਿਣ ਤੇ ਗੋਲੀ ਚੱਲੀ, ਚਰਨਜੀਤ ਸ਼ਰਮੇ ਨੇ ਗੋਲੀ ਚਲਾਈ। ਮੇਰੇ ਸਾਹਮਣੇ ਚਰਨਜੀਤ ਸ਼ਰਮਾ ਅਦਾਲਤ ਦੇ ਵਿੱਚ ਆ ਕੇ ਖੜਦਾ ਰਿਹਾ, ਤਾਂ ਤੁਸੀਂ ਇਹ ਦੇਖ ਲਓ ਵੀ ਇੱਕ ਕਤਲ ਕਰਨ ਵਾਲਾ ਬੰਦਾ ਮੇਰੇ ਸਾਹਮਣੇ ਖੜਾ ਹੋਵੇ ਤਾਂ ਮੈਂ ਉੱਥੇ ਆਪਣੇ ਆਪ ਨੂੰ ਕਿੰਨਾ ਕੁ ਕੰਟਰੋਲ ਕਰਕੇ ਖੜ ਸਕਦਾ ਸੀ। ਵੀ ਉਹਨਾਂ ਵੀ ਮੈਂ ਉਦੋਂ ਵੱਧ ਕੰਟਰੋਲ ਕੀਤਾ। ਕੀ ਆਉਂਦਾ ਸੀ ਉਦੋਂ ਜ਼ਹਿਨ 'ਚ? ਜ਼ਹਿਨ 'ਚ ਤਾਂ ਬਹੁਤ ਕੁਝ ਆਉਂਦਾ ਸੀਗਾ ਵੀ ਯਾਰ, ਇੱਕ ਮੈਂ ਜਿਵੇਂ ਅਦਾਲਤਾਂ ਤਰੀਕਾਂ ਪਾਉਂਦੀਆਂ ਤੇ ਉਦੋਂ ਜ਼ਹਿਨ 'ਚ ਤਾਂ ਇਹ ਵੀ ਆਉਂਦਾ ਸੀ ਵੀ ਇਹਨੂੰ ਅੱਜ ਉਸੇ ਕੰਮ ਹੀ ਕਰ ਦੇਗੇ, ਕੁਛ ਨਹੀਂ ਹੁੰਦਾ, 2-4 ਸਾਲ ਮੈਂ ਜੇਲ੍ਹ ਕੱਟ ਆਊਂਗਾ। ਪਰ ਇੱਕ ਮਨ 'ਚ ਏਮ ਇਹ ਸੀਗਾ ਯਾਰ ਨਹੀਂ, ਇੱਕ ਵੱਖਰੀ ਪਿਰਤ ਪਾਈਏ ਕਿ ਮੇਰਾ ਇੱਥੇ ਰਹਿਣ ਦਾ ਮਕਸਦ ਇਹ ਹੋਵੇ। ਮੈਂ ਵਧੀਆ ਸੀ, ਆਪਦਾ ਕਮਾਉਂਦਾ ਸੀ, ਕੰਮ ਕਰਦਾ ਸੀ, ਪਰ ਜੋ ਗਲਤ ਹੋਇਆ ਉਹਨੂੰ ਗਲਤ ਨੂੰ ਗਲਤ ਸਾਬਤ ਕਰਨ ਵਾਸਤੇ ਮੇਰਾ ਜਿਹੜਾ ਸੰਘਰਸ਼ ਚੱਲਿਆ ਸਾਰਾ, ਤਾਂ ਉਹਦੇ ਤੇ ਮੈਂ ਕਹਿ ਸਕਦਾ ਵੀ ਇਹ ਸਰਕਾਰਾਂ ਨੇ ਇੰਨਾ ਕੁ ਪਾਣੀ ਫੇਰਤਾ, ਮਲੀਆ ਮੇਟ ਕਰਤਾ ਵੀ ਮੈਨੂੰ ਅੰਦਰੋਂ ਬਾਹਰੋਂ ਆਰਥਿਕ ਤੌਰ ਤੋਂ ਸਾਰਾ ਤੋੜਤਾ ਇਹਨਾਂ ਨੇ। ਸੁਮੇਧ ਸੈਣੀ ਦੇ ਨਾਲ ਕਦੇ ਮੁਲਾਕਾਤ ਹੋਈ ਹੈ ਉਸ ਤੋਂ ਬਾਅਦ? ਨਹੀਂ, ਕਦੇ ਸਾਹਮਣਾ ਹੋਇਆ ਉਹਨਾਂ ਦਾ? ਮੇਰੀ ਮੁਲਾਕਾਤ ਮਤਲਬ ਕੋਈ ਕਿਸੇ ਨਾਲ ਨਹੀਂ ਇਹਨਾਂ ਨਾਲ ਹੋਈ। ਹਾਂ, ਜਿੱਦੇ ਤਰੀਕ ਤੇ ਆਇਆ ਉਹਦੇ ਜ਼ਰੂਰ ਦੇਖੇ। ਨਜ਼ਰਾਂ ਮਿਲਾ ਸਕੇ ਤੁਹਾਡੇ ਨਾਲ? ਨਹੀਂ, ਨਜ਼ਰਾਂ ਨਹੀਂ ਮਿਲਾ ਸਕੇ। ਮੈਂ ਸਾਹਮਣੇ ਸੀ, ਮੇਰੇ ਤਾਂ ਉਹਨਾਂ ਨੇ ਸਿਕਿਉਰਿਟੀ ਪਾਸੇ ਲਵਾਤੀ ਸੀ ਜਦੋਂ ਮੈਂ ਅਦਾਲਤ ਦੇ ਵਿੱਚ ਖੜਾ, ਤੇ ਜਿਹੜੀ ਉਹਦੀ ਸਿਕਿਉਰਿਟੀ ਸੀ। ਇੱਥੇ ਮੈਂ ਇੱਕ ਹੋਰ ਗੱਲ ਕਹਿਣੀ ਚਾਹੁੰਦਾ ਵੀ ਪਹਿਲੀ ਵਾਰ ਮੈਂ ਦੇਖਿਆ ਵੀ ਮੁਲਜ਼ਮ ਅਦਾਲਤ ਦੇ ਵਿੱਚ ਆਉਂਦਾ ਹੋਵੇ ਤੇ ਬਾਹਰ ਅਦਾਲਤਾਂ ਦੇ ਵਿੱਚ ਲਿਖਿਆ ਹੁੰਦਾ ਵੀ ਅਸਲਾ ਅੰਦਰ ਨਹੀਂ ਜਾਣਾ ਚਾਹੀਦਾ, ਤਾਂ ਉਹਨਾਂ ਦੀਆਂ ਜਿਹੜੀਆਂ ਵੈਪਨਸ ਸੀਗੇ ਉਹ ਜੱਜ ਦੀ ਉਸ ਕੋਰਟ ਦੇ ਵਿੱਚ ਸੀਗੇ, ਜੋ ਮੈਂ ਖੁਦ ਵੇਖਿਆ। ਤੇ ਉਹਨਾਂ ਦੀ ਸਿਕਿਉਰਿਟੀ ਜਿਹੜੀ ਵਿਦ ਵੈਪਨ ਸੀ, ਤੇ ਮੇਰੇ ਪਿੱਛੇ ਖੜੇ ਸੀ, ਮੈਨੂੰ ਪਿੱਛੇ ਸਮੇਤ ਸੈਣੀ ਖੜਾ ਸੀਗਾ, ਤੇ ਮੇਰੇ ਵਿਚਾਲੇ ਉਹ ਖੜੇ ਸੀ ਵੀ ਕਿਤੇ ਮੈਂ ਇਹਨੂੰ ਕੁਝ ਕਰ ਨਾ ਦੇਵਾਂ। ਤੁਹਾਡੇ ਤੋਂ ਕਿਸ ਗੱਲ ਦਾ ਡਰ ਹੈ? ਚੋਰ ਨੂੰ ਡਰ ਇਹ ਗੱਲ ਦਾ ਹੁੰਦਾ ਹੀ ਆ, ਕਿਉਂਕਿ ਉਹਨੇ ਜਿਹੜਾ ਕੁਝ ਕੀਤਾ ਉਹ ਸਾਰੇ ਪੰਜਾਬ ਨੂੰ ਪਤਾ ਹੈ। ਮੇਰੇ ਇਕੱਲੇ ਨਾਲ ਨਹੀਂ, ਉਹਨੇ ਅਨੇਕਾਂ ਪੰਜਾਬ ਦੇ ਹੋਰ ਨੌਜਵਾਨ, ਪੰਜਾਬ ਦੇ ਮਾਵਾਂ ਦੇ ਪੁੱਤ ਉਹਨੇ ਮਾਰੇ ਆ, ਮੁਕਾਬਲੇ ਬਣਾਏ ਆ, ਤੇ ਡਰ ਤਾਂ ਉਹਨੂੰ ਲੱਗੂਗਾ ਹੀ। ਹਾਈ ਕੋਰਟ ਜਿਸ ਤਰ੍ਹਾਂ ਕੁੰਵਰ ਵਿਜੇ ਪ੍ਰਤਾਪ ਦੇ ਉੱਤੇ ਆਪਣਾ ਫੈਸਲਾ ਦਿੰਦਾ ਹੈ, ਹਾਈ ਕੋਰਟ ਕਹਿੰਦਾ ਕਿ ਬਾਇਸਡ ਸੀ, ਫਿਲਮੀ ਸੀ ਕੁੰਵਰ ਵਿਜੇ ਪ੍ਰਤਾਪ, ਔਰ ਜਿਸ ਤਰ੍ਹਾਂ ਇੱਕ ਕਲੀਨ ਚਿੱਟਾਂ ਦਿੱਤੀਆਂ ਗਈਆਂ ਤੇ ਕੁੰਵਰ ਵਿਜੇ ਪ੍ਰਤਾਪ ਤੇ ਸਵਾਲ ਖੜੇ ਹੋਏ ਔਰ ਸਿੱਟ ਤੋਂ ਬਾਹਰ ਕੀਤਾ ਗਿਆ, ਨਵੀਂ ਸਿੱਟ ਬਣੀ ਹੈ, ਤੁਹਾਨੂੰ ਝਟਕਾ ਲੱਗਿਆ ਉਹਦੇ ਨਾਲ? ਝਟਕਾ ਜੀ ਬਹੁਤ। ਮੈਂ ਉਹੀ ਕਹਿ ਚੁੱਕਿਆ ਤੁਹਾਨੂੰ ਬਾਈ, ਵੀ ਇੱਕ ਤਾਂ ਇੱਕ ਵਾਰ ਮੌਤ ਹੁੰਦੀ, ਬੰਦਾ ਬਹਿ ਜਾਂਦਾ, ਮੌਤ ਹੋ ਗਈ ਆ। ਉਹ ਦੂਸਰੀ, ਇਹ ਸਰਕਾਰ ਨੇ ਦੂਸਰੀ ਵਾਰ ਇਹ ਕੀਤਾ ਵੀ ਵਾਕਈ ਉਹ ਕਾਂਡ ਨੂੰ ਦੁਬਾਰਾ ਦੁਹਰਾਤਾ, ਕਿਉਂਕਿ ਜ਼ੀਰੋ ਤੋਂ ਫੇਰ ਚੱਕਣਾ, ਘਰਦਿਆਂ ਨਾਲ ਫੇਰ ਗੱਲਾਂ ਬਾਤਾਂ, ਫੇਰ ਉਹਨਾਂ ਦੇ ਦਰਦ ਫਰੋਲਣੇ। ਉਹਨਾਂ ਨੇ ਤਾਂ ਇੱਕ ਵਾਰ ਪਹਿਲਾਂ 3 ਜਸਟਿਸ ਬਣਾਏ ਗਏ ਆ, 2 ਜਸਟਿਸ ਬਣ ਗਏ, ਸਿੱਟਾਂ ਬਣ ਗਈਆਂ, 5ਵੀਂ ਸਿੱਟ ਆ ਗਈ ਆ। ਹਰ ਵਾਰੀ ਦੁੱਖ ਰੋਣਾ, ਉਹ ਨਹੀਂ ਹੋਣਾ। ਇਸ ਵਾਰ ਲੋਕ ਅੱਕ ਚੁੱਕਿਆ, ਦੁੱਖ ਨਹੀਂ ਰੋਣਗੇ। ਜਿਹੜੀ ਇਨਸਾਫ ਦੀ ਆਸ ਬੱਝੀ ਸੀ ਉਹ ਉਹਨਾਂ ਨੇ ਖਤਮ ਕਰਤੀ। ਇਸ ਸੈੱਟ ਦੇ ਬਾਅਦ ਜਿਹੜੇ ਨਤੀਜੇ ਕੋਰਟ ਦੇ ਆਏ ਆ, ਉਹ ਨਤੀਜਿਆਂ ਨੇ, ਮੈਂ ਕਹਿੰਦਾ ਅੱਗੇ 100 ਸਿੱਟਾਂ ਵੀ ਬਣਾ ਲਓ ਨਾ, ਉਹ ਤਾਂ ਵੀ ਉਹ ਨਤੀਜੇ ਤੇ ਨਹੀਂ ਪਹੁੰਚ ਸਕਣਗੀਆਂ ਜਿਹੜੇ ਤੇ ਲੋਕ ਚਾਹੁੰਦੇ ਆ। ਲੋਕ ਕੀ ਚਾਹੁੰਦੇ ਆ? ਲੋਕ ਦੋਸ਼ੀਆਂ ਨੂੰ ਸਜ਼ਾਵਾਂ ਸਖਤ ਚਾਹੁੰਦੇ ਆ। ਲੋਕ ਜਿਹੜੀ ਸਰਕਾਰ ਦੇ ਵਿੱਚ ਕਾਂਡ ਹੋਇਆ ਉਹਨਾਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਆ, ਉਹਦੇ ਨੁਮਾਇੰਦਿਆਂ ਨੂੰ ਸਜ਼ਾਵਾਂ ਚਾਹੁੰਦੇ ਆ। ਜਿਹੜੇ ਉਸ ਵਿੱਚ ਕਰਪਟ ਅਧਿਕਾਰੀ, ਪੁਲਿਸ ਵਾਲੇ, ਜਾਂ ਜਿਨ੍ਹਾਂ ਨੇ ਆਪਣੀ ਵਰਦੀ ਦਾ ਨਜਾਇਜ਼ ਫਾਇਦਾ ਚੱਕ ਕੇ ਕਾਂਡ ਕੀਤਾ, ਉਹਨਾਂ ਨੂੰ ਸਜ਼ਾਵਾਂ ਚਾਹੁੰਦੇ ਆ। ਪਰ ਇਸ ਫੈਸਲੇ ਦੇ ਨਾਲ ਮੈਂ ਕਹਿੰਦਾ ਅੱਗੇ ਹੁਣ ਲੱਖ ਜਿਹੜੀ ਨਵੀਂ ਸੈੱਟ ਬਣੀ ਆ ਉਦੋਂ ਵਧੀਆ ਨਤੀਜੇ ਲਿਆ ਕੇ ਲੋਕਾਂ ਸਾਹਮਣੇ ਰੱਖਦੇ, ਪਰ ਫੈਸਲੇ ਕੋਰਟ ਨੇ ਦੇਣੇ ਆ, ਤੇ ਕੋਰਟਾਂ ਜਿਹੜੀਆਂ ਉਹ ਫੈਸਲੇ ਇਦਾਂ ਦੇ ਦੇ ਗਈਆਂ ਕਿ ਅਨੇਕਾਂ ਸਿੱਟਾਂ ਬਣ ਜਾਣ, 100 ਸੈੱਟ ਬਣ ਜੇ, ਉਹ ਤਾਂ ਵੀ ਉਹ ਫੈਸਲਾ ਨਹੀਂ ਦੇ ਸਕੂਗੀ। ਤੁਹਾਨੂੰ ਇਹ ਲੱਗਦਾ ਜਿਹੜਾ ਆਰਡਰ ਆਇਆ ਕੋਰਟ ਦਾ, ਹਾਈ ਕੋਰਟ ਦਾ, ਕੁੰਵਰ ਵਿਜੇ ਪ੍ਰਤਾਪ ਦੀ ਸਿੱਟ ਤੇ ਜੀ, ਹੁਣ ਉਸ ਤੋਂ ਬਾਅਦ ਕਿੰਨੀਆਂ ਵੀ ਸਿੱਟਾਂ ਕੋਈ ਵੀ ਰਿਪੋਰਟਸ ਦੇ ਦੇਣ,
ਉਹ ਇੱਕ ਐਸਾ ਰਾਹ ਚਰੋੜਾ ਬਣ ਗਿਆ, ਤੁਹਾਨੂੰ ਲੱਗਦਾ ਹੈ ਕਿ ਉਹ ਹਮੇਸ਼ਾ ਉਹਦੇ ਤੋਂ ਇਹ ਬਾਹਰ ਹੋ ਜਾ ਕਰਨਗੇ? ਉਹਨਾਂ ਦਾ ਇਹ ਇੱਕ ਪੁਆਇੰਟ ਬਣ ਗਿਆ ਵੀ ਜਿਹਦੇ ਲਈ ਦੋਸ਼ੀ ਕਰਾਰ ਦੇ ਦਿਓ, ਉਹ ਸਿੱਟ ਦਾ ਹਵਾਲਾ ਦੇ ਕੇ ਆਪਣੀ ਐਪਲੀਕੇਸ਼ਨ ਲਾਉਣਗੇ ਤੇ ਜਾਂਚ ਖਾਰਜ ਕਰਾਉਣਗੇ। ਪਰ ਤੁਹਾਨੂੰ ਉਦੋਂ ਜਦੋਂ ਹਾਈ ਕੋਰਟ ਦਾ ਆਰਡਰ ਨਹੀਂ ਆਇਆ ਸੀ, ਪਟੀਸ਼ਨ ਪੈਂਦੀ ਹੈ, ਹਾਲੇ ਸੁਣਵਾਈ ਚੱਲ ਰਹੀ ਸੀ, ਜਿਸ ਤਰੀਕੇ ਨਾਲ ਚੀਜ਼ਾਂ ਮੂਵ ਹੋ ਰਹੀਆਂ ਸੀ, ਪਹਿਲੀ ਵਾਰ ਸੁਮੇਧ ਸੈਣੀ ਦਾ ਸਿੱਧੇ ਤੌਰ ਤੇ ਨਾਮ ਆਉਂਦਾ ਹੈ, ਚਾਰ ਸ਼ੀਟ 'ਚ ਨਾਮ ਆਉਂਦਾ ਹੈ, ਤੁਹਾਨੂੰ ਲੱਗਿਆ ਸੀਗਾ ਕਿ ਨੇੜੇ ਪਹੁੰਚ ਗਏ? ਬਹੁਤ ਮਨ 'ਚ ਕੌਨਫੀਡੈਂਸ ਸੀਗਾ, ਹੌਸਲਾ ਸੀਗਾ ਬਈ ਚਲੋ ਸਰਕਾਰਾਂ ਨੇ ਵਾਅਦੇ ਕੀਤੇ ਆ ਲੋਕਾਂ ਦੇ ਨਾਲ, ਪਹਿਲੀ ਵਾਰੀ ਬੂਰ ਪੈਂਦਾ ਨਜ਼ਰ ਆ ਰਿਹਾ ਵੀ ਪਹਿਲੀ ਵਾਰੀ ਇਨਸਾਫ ਵਾਲੇ ਪਾਸੇ ਨੂੰ ਵਾਧੇ ਨਜ਼ਰ ਆ ਰਹੇ ਆ ਕਿ ਜੋ ਸਰਕਾਰ ਨੇ ਕਹਿ ਕੇ ਸਰਕਾਰ ਲਿਆਂਦੀ ਲੋਕਾਂ ਦੇ ਨਾਲ, ਉਹ ਉੱਤੇ ਪੂਰਾ ਪੱਖ ਪੂਰ ਰਹੀ ਹੈ ਕਿ ਡੀਜੀਪੀ ਦੀ ਇਨਵੋਲਵਮੈਂਟ ਜਿਹੜੀ ਸਾਹਮਣੇ ਰੱਖ ਕੇ ਉਹਦਾ ਕੋਰਟ ਦੇ ਵਿੱਚ ਆਣਾ, ਤੇ ਡੀਜੀਪੀ ਦੇ ਹੱਥ ਮੈਂ ਖੁਦ ਆਪਣੇ ਅੱਖਾਂ ਨਾਲ ਕੰਬਦੇ ਵੇਖਿਆ ਜਦੋਂ ਸਾਈਨ ਕਰਦਾ ਸੀ, ਤਾਂ ਉਹਨੂੰ ਵੀ ਇੱਥੋਂ ਤੱਕ ਵੀ ਡਰ ਸੀਗਾ ਵੀ ਕਿ ਉਹ ਗਿਆ। ਪਰ ਜਦੋਂ ਆ ਫੈਸਲੇ ਆਉਣੇ ਆ ਤਾਂ ਮੈਂ ਇੱਥੇ ਇਹੀ ਕਹਿਣਾ ਚਾਹਣਾ ਵੀ ਸਰਕਾਰਾਂ ਨੇ ਚੰਗੀ ਤਰ੍ਹਾਂ ਉਹ ਫੈਸਲੇ ਦਿੱਤੇ ਆ ਵੀ ਜੇ ਬਾਪ ਤਾਂ ਮੇਰਾ ਗਿਆ ਹੀ ਗਿਆ, ਤੇ ਮੈਨੂੰ ਵੀ ਉਹਨਾਂ ਨੇ ਉਸੇ ਰਾਹ ਤੇ ਤੋਰਨ ਦੀ ਪਲੈਨਿੰਗ ਕਰਤੀ ਆ, ਕਿਉਂਕਿ ਸਰਕਾਰਾਂ ਨੂੰ, ਪਿਛਲੀ ਸਰਕਾਰ ਨੂੰ ਵੀ ਦੋਸ਼ੀ ਕਿਹਾ ਗਿਆ। ਕਿਸ ਰਾਹ ਤੇ? ਦੇਖੋ ਬਈ, ਜਦੋਂ ਇਹਨਾਂ ਨਿਆਂ ਪ੍ਰਣਾਲੀਆਂ 'ਚੋਂ ਫੈਸਲੇ ਸਹੀ ਨਹੀਂ ਆਉਂਦੇ ਨਾ, ਤੇ ਪੰਜਾਬ ਦੀ ਨੌਜਵਾਨੀ ਤੇ ਹਮੇਸ਼ਾ ਇੱਕ ਧੱਬਾ ਲੱਗਦਾ ਵੀ ਇਹ ਅੱਤਵਾਦੀ ਆ, ਇਹ ਖਾੜਕੂ ਆ। ਯਾਰ ਸਾਡੇ ਪਿਓ ਦਾ ਕਤਲ ਕਰਤਾ ਸਾਡੇ ਸਾਹਮਣੇ, ਬੇਅਦਬੀ ਸਾਡੇ ਗ੍ਰੰਥ ਦੀ ਕੀਤੀ, ਦੋਸ਼ੀ ਬਾਹਰ ਫਿਰਦੇ ਆ, ਤੇ ਫਿਰ ਅਸੀਂ ਇੰਨੇ ਮਾੜੇ ਵੀ ਨਹੀਂ ਹੋ ਗਏ ਵੀ ਅਸੀਂ ਉਹਨਾਂ ਨੂੰ ਆਪਦੇ ਹਿਸਾਬ ਨਾਲ ਸਜ਼ਾ ਵੀ ਨਾ ਦੇ ਸਕਾਂਗੇ। ਕਦੇ ਜ਼ਿਹਨ 'ਚ ਐਸਾ ਕੁਝ ਆਇਆ? ਬਹੁਤ ਵਾਰ ਆਇਆ ਬਾਈ, ਪਰ ਬਹੁਤ ਕੰਟਰੋਲ ਕੀਤਾ, ਬਹੁਤ ਵਾਰ ਆਇਆ ਸਾਹਮਣੇ। ਮੈਂ ਹਰ ਵਾਰ ਕਹਿੰਦਾ ਵੀ ਚਰਨਜੀਤ ਸ਼ਰਮਾ 10 ਤੋਂ 15 ਵਾਰ ਮੇਰੇ ਸਾਹਮਣੇ ਆਇਆ, ਤਰੀਕਾਂ ਤੇ ਆਇਆ, ਉਮਰਾਂ ਨੰਗਲ ਵਰਗੇ ਆਏ ਆ, ਬਹੁਤ ਵਾਰ ਇਦਾਂ ਦੇ ਖਿਆਲ ਆਉਂਦੇ ਸੀ। ਪਰ ਇਹ ਸਰਕਾਰਾਂ ਵਾਕਈ ਮਜਬੂਰ ਕਰਦੀਆਂ, ਫਿਰ ਇਹਨਾਂ ਨੂੰ ਸਖਰਾਜ ਵੀ ਲੱਭ ਜੂਗਾ, ਮਾਰਨ ਵਾਲੇ ਸਬੂਤ ਵੀ ਲੱਭ ਜਾਣਗੇ, ਗੱਲ ਹੋ ਜੂ, ਫਿਰ ਵੀ ਉਹ ਸਾਰੀ ਕੜੀ ਵੀ ਜੋੜ ਲੈਣਗੇ ਤੇ ਸਜ਼ਾਵਾਂ ਵੀ ਛੇਤੀ ਦੇ ਦੇਣਗੇ। ਪਰ ਜੋ ਇੱਥੇ ਲੋਕਾਂ ਨੇ ਦੇਖਿਆ, ਇਹ ਇਹਨਾਂ ਨੇ ਕੀਤਾ, ਉਹ ਤੇ ਸਿੱਟਾਂ ਬਣਾਈ ਜਾਂਦੇ ਆ, ਜਸਟਿਸ ਬਣਾਈ ਜਾਂਦੇ ਆ, ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡੀ ਜਾਂਦੇ ਆ, ਉਹਨਾਂ ਨੂੰ ਸਜ਼ਾ ਦੇਣ ਵਾਲੇ ਪਾਸੇ ਨਹੀਂ ਜਾਂਦੇ। ਜਸਟਿਸ ਜੋਰਾ ਸਿੰਘ ਦੇ ਅੱਗੇ ਪੇਸ਼ ਹੋਏ, ਜਸਟਿਸ ਰਣਜੀਤ ਸਿੰਘ ਦੇ ਅੱਗੇ ਹੋਏ, ਫਿਰ ਆਹ ਸਿੱਟ ਬਣੀ, ਹੁਣ ਇੱਕ ਨਵੀਂ ਸਿੱਟ ਬਣ ਗਈ। ਨਵੀਂ ਸਿੱਟ 'ਚ ਵੀ ਜਿਹੜੇ ਆਫੀਸਰ ਪਾਏ ਆ, ਮੈਨੂੰ ਹੁਣੇ ਪਤਾ ਲੱਗਿਆ, ਮਤਲਬ ਮੈਂ ਜਿੰਨੀ ਕੁ ਮੇਰੀ ਇਨਵੈਸਟੀਗੇਸ਼ਨ ਦੇ ਹਿਸਾਬ ਨਾਲ, ਕਿਉਂਕਿ ਹਾਈ ਕੋਰਟ ਦਾ ਆਰਡਰ ਸੀਗਾ ਬਈ ਇੱਥੇ ਏਡੀਜੀਪੀ ਰੈਂਕ ਦਾ ਜਿਹੜਾ ਇਹਦਾ ਮੁਖੀ ਹੋ ਸਕਦਾ। 23 ਤਰੀਕ ਨੂੰ ਫੈਸਲਾ ਆਉਂਦਾ। ਪਹਿਲੀ ਗੱਲ ਤਾਂ ਹਾਈ ਕੋਰਟ ਦਾ ਫੈਸਲਾ 12 13 ਦਿਨ 15 ਦਿਨ ਜਿਹੜਾ ਜ਼ਬਾਨੀ ਚੱਲਦਾ, ਉਸ ਤੋਂ ਬਾਅਦ ਲਿਖਤੀ ਆਉਂਦਾ। 23 ਤਰੀਕ ਨੂੰ ਫੈਸਲਾ ਆਉਂਦਾ। 4 ਤਰੀਕ ਨੂੰ ਏਡੀਜੀਪੀ ਆਈਜੀ LK ਯਾਦਵ ਨੂੰ ਪ੍ਰਮੋਸ਼ਨ ਦਿੱਤੀ ਜਾਂਦੀ ਆ, ਏਡੀਜੀਪੀ ਬਣਾਇਆ ਜਾਂਦਾ। 7 ਤਰੀਕ ਨੂੰ ਸਿੱਟ ਦਾ ਮੁਖੀ ਬਣਾਇਆ ਜਾਂਦਾ। ਕੀ ਪੰਜਾਬ ਦੇ ਵਿੱਚ ਕੋਈ ਡੀਜੀਪੀ ਏਡੀਜੀਪੀ ਆ ਜਿਹੜੇ ਸਾਲ ਪੁਰਾਣੇ, 1.5 ਸਾਲ ਪੁਰਾਣੇ, 2 ਸਾਲ ਪੁਰਾਣੇ ਅਧਿਕਾਰੀ ਨਹੀਂ ਸੀ? ਤੁਹਾਨੂੰ ਭਰੋਸਾ ਨਹੀਂ ਹੈ ਇਹਨਾਂ ਅਫਸਰਾਂ ਤੇ? ਦੇਖੋ ਜੀ, ਭਰੋਸਾ ਖਤਮ ਉਸ ਹਾਈ ਕੋਰਟ ਦੇ ਫੈਸਲੇ ਨੇ ਕੀਤਾ। ਤੁਹਾਨੂੰ ਲੱਗਦਾ ਹੈ ਕਿ ਇੱਥੇ ਜੋ ਕੁੰਵਰ ਵਿਜੇ ਪ੍ਰਤਾਪ ਨੇ ਕਿਹਾ ਕਿ ਸਰਕਾਰ ਨੂੰ ਚੈਲੰਜ ਕਰਨਾ ਚਾਹੀਦਾ ਸੀ, ਸੁਪਰੀਮ ਕੋਰਟ ਜਾਣਾ ਚਾਹੀਦਾ ਸੀ, ਸਰਕਾਰ ਨੇ ਢਿੱਲੇ ਹੱਥੀ ਲਿਆ, ਅਤੁਲ ਨੰਦਾ ਤੇ ਦੋਸ਼ ਲੱਗੇ? ਬਿਲਕੁਲ, ਅਤੁਲ ਨੰਦੇ ਤੇ ਦੋਸ਼ ਲੱਗਣੇ, ਕਿਉਂਕਿ ਮੈਂ ਖੁਦ ਵੇਖਿਆ, ਮੈਂ ਦੋਸ਼ ਮੈਂ ਹੀ ਕਿਹਾ ਸੀ, ਮੈਂ ਕਿਸੇ ਦੇ ਕਹਿਣ ਤੇ ਨਹੀਂ ਕਹਿੰਦਾ, ਮੈਂ ਖੁਦ ਹਾਈ ਕੋਰਟ 'ਚ ਜਾ ਕੇ ਦੇਖਿਆ। ਇੱਕ ਬੇਅਦਬੀ ਦਾ ਕੇਸ ਹੋਵੇ, ਗੋਲੀकांड ਦਾ ਕੇਸ ਹੋਵੇ, ਤੇ ਪੰਜਾਬ ਦਾ ਜਰਨਲ ਐਡਵੋਕੇਟ ਉੱਥੋਂ ਗੈਰ ਹਾਜ਼ਰ ਹੋਵੇ, ਜੇ ਜਾਵੇ ਤਾਂ ਉੱਥੇ ਚੁੱਪ ਕਰਕੇ ਮੁੜ ਕੇ ਆਵੇ। ਸੋ ਉਹਨਾਂ ਦੀ ਮਿਲੀ ਭੁਗਤ ਦੇ ਨਾਲ ਹੀ ਇਹ ਸਾਰਾ ਕੁਝ ਹੋਇਆ। ਉਹ ਇੱਕ ਪਹਿਲਾ ਮੋਹਰਾ ਜਿਹੜਾ ਦੋਸ਼ੀਆਂ ਦੇ ਹੱਕ 'ਚ ਭੁਗਤਿਆ ਸਭ ਤੋਂ ਪਹਿਲਾਂ, ਜਿਹਦੇ ਕਹਿਣ ਤੇ ਇਦਾਂ ਦੇ ਫੈਸਲੇ ਆਏ ਆ, ਜਿਹਦੇ ਨਾ ਜਾਣਨਾ, ਜਿਹਦੀ ਨਾਕਾਮੀ ਕਰਕੇ, ਜਿਹਦੀ ਗੈਰ ਹਾਜ਼ਰੀ ਕਰਕੇ ਫੈਸਲੇ ਆਏ। ਕੈਪਟਨ ਅਮਰਿੰਦਰ ਸਿੰਘ ਤੇ ਭਰੋਸਾ ਹੈ? ਤੁਹਾਨੂੰ ਲੱਗਦਾ ਹੈ ਇਨਸਾਫ ਦਿਵਾਉਣਾ ਚਾਹੁੰਦੇ ਆ ਉਹ? ਭਰੋਸਾ ਨਹੀਂ ਹੈ, ਮੈਂ ਸਾਫ਼ ਕਹਿਣਾ, ਪਰ ਇੱਕ ਉਹਨਾਂ ਨੂੰ ਇਹ ਗੱਲ ਜ਼ਰੂਰ ਕਹਿਣੀ ਚਾਹੁੰਦਾ ਵੀ ਜੋ ਲੋਕਾਂ ਦੇ ਨਾਲ ਤੁਸੀਂ ਵਾਅਦੇ ਕੀਤੇ ਆ, ਸਰਕਾਰ ਹੱਥ ਵੱਸ ਸਾਰਾ ਕੁਝ ਹੁੰਦਾ ਜੇ ਕਰਨਾ ਚਾਹਣ। ਅਤੁਲ ਨੰਦੇ ਤੇ ਅੱਜ ਤੋਂ 6 ਮਹੀਨੇ ਪਹਿਲਾਂ ਹੀ ਮੈਂ ਕਹਿਤਾ ਸੀ ਵੀ ਇਹ ਇਦਾਂ ਕਰ ਰਿਹਾ, ਤਾਂ ਉਹਨੂੰ ਉਦੋਂ ਵੀ ਬਦਲਿਆ ਜਾ ਸਕਦਾ ਸੀ। ਬਾਰ ਐਸੋਸੀਏਸ਼ਨ ਚੰਡੀਗੜ੍ਹ ਆ ਜਿਹੜੀ ਉਹਨਾਂ ਵੱਲੋਂ ਵੀ ਉਹਦੇ ਤੇ ਕਰਪਸ਼ਨ ਦੇ ਚਾਰਜਸ ਲਾਏ ਗਏ ਸੀ, ਉਹ ਉਦੋਂ ਵੀ ਬਦਲ ਸਕਦੇ ਸੀ। ਪਤਾ ਨਹੀਂ ਉਹਨਾਂ ਨੂੰ ਅਤੁਲ ਨੰਦੇ ਨਾਲ ਕਿੰਨਾ ਕੁ ਪਿਆਰ ਆ ਜਾਂ ਕਿੰਨੀ ਕੁ ਨੇੜਤਾ ਵੀ ਜਿਹੜਾ ਉਹਨਾਂ ਨੇ ਪਾਸੇ ਕਰਨਾ ਠੀਕ ਨਹੀਂ ਸਮਝਿਆ। ਦੂਸਰਾ, ਅਤੁਲ ਨੰਦੇ ਦੀ ਖਾਸ ਭੂਮਿਕਾ ਇਹ ਰਹੀ ਹੈ ਵੀ ਜਿਹੜਾ ਉਹਨੇ ਦੋਸ਼ੀਆਂ ਨੂੰ ਬਚਾਉਣ ਦੇ ਵਿੱਚ ਆਪਣਾ ਪੱਖ ਬਹੁਤ ਚੰਗਾ ਪੂਰਿਆ। ਸੋ ਅੱਜ ਵੀ ਉਹੀ ਅਤੁਲ ਨੰਦੇ ਵਰਗੀ ਉੱਥੇ ਆ, ਸੈੱਟ ਲੱਖ ਚੰਗਾ ਕੰਮ ਕਰਕੇ ਉਸ ਹਾਈ ਕੋਰਟ ਦੇ ਟੇਬਲ ਤੇ ਭੇਜ ਦੇ,
ਫੈਸਲੇ ਤਾਂ ਉਹ ਤਾਂ ਨੰਦੇ ਵਰਗਿਆਂ ਦੇ ਥਰੂ ਹੀ ਹੋਣੇ ਆ। ਉਹਨੂੰ ਮੁੱਖ ਮੰਤਰੀ ਨੇ ਬੁਲਾਇਆ ਜਾਂ ਤੁਹਾਡੇ ਨਾਲ ਇਹਨਾਂ 4.5 ਸਾਲਾਂ 'ਚ ਕਦੇ ਗੱਲਬਾਤ ਕੀਤੀ? ਮੁੱਖ ਮੰਤਰੀ ਨਾਲ ਤਕਰੀਬਨ 3 ਤੋਂ 4 ਵਾਰੀ ਮੁਲਾਕਾਤ ਹੋ ਚੁੱਕੀ ਆ। ਕੀ ਕਿਹਾ ਉਹਨਾਂ ਨੇ? ਹਰ ਵਾਰ ਮੇਰਾ ਇਹੀ ਸਵਾਲ ਹੁੰਦਾ ਸੀ ਬਈ ਜਿਹੜਾ ਸਾਨੂੰ ਨਿਆਂ ਦਿੱਤਾ ਜਾਵੇ। ਪੰਜਾਬ ਦੀਆਂ ਸੰਗਤਾਂ ਇਨਸਾਫ ਮੰਗਦੀਆਂ ਗੋਲੀकांड ਦਾ, ਬੇਅਦਬੀ ਦਾ। ਉਹ ਕਹਿੰਦੇ ਸੀ ਅਸੀਂ ਬਹੁਤ ਤੇਜ਼ੀ ਨਾਲ ਜਿਹੜਾ ਇਨਸਾਫ ਵੱਲ ਵਧ ਰਹੇ ਹਾਂ, ਬਹੁਤ ਵਧੀਆ ਕੰਮ ਕਰ ਰਹੇ ਹਾਂ ਤੇ ਚੰਗੇ ਰਿਜ਼ਲਟ ਤੁਹਾਨੂੰ ਸੁਣਨ ਨੂੰ ਮਿਲਣਗੇ। ਸੋ ਉਹਨਾਂ ਦੇ ਰਿਜ਼ਲਟ ਜਿਹੜੇ ਚੰਗਿਆਂ ਦਾ ਨਤੀਜਾ ਸਾਨੂੰ ਉਹ ਜੱਜਮੈਂਟ ਚੋਂ ਪੜ੍ਹਨ ਨੂੰ ਮਿਲ ਗਿਆ ਵੀ ਇਹ ਸਰਕਾਰ ਜਿਹੜੇ ਕਰਨ ਵਾਲੇ ਸੀ ਉਹ ਤਾਂ ਇੱਕ ਪਾਸੇ ਸੀ, ਉਹ ਤਾਂ ਕਰਕੇ ਚੱਲਦੇ ਗਏ। ਉਹਨਾਂ ਨੂੰ ਲੋਕਾਂ ਨੇ ਸਜ਼ਾ ਦਿੱਤੀ। ਲੋਕਾਂ ਨੇ 2017 ਦੇ ਵਿੱਚ ਉਹਨਾਂ ਨੂੰ ਪੰਜਾਬ 'ਚ ਰਹਿਣ ਨਹੀਂ ਦਿੱਤਾ। ਪਰ ਇਸ ਬੰਦੇ ਤੇ ਲੋਕਾਂ ਨੇ ਇੱਕ ਯਕੀਨ ਕੀਤਾ, ਇਹਨੂੰ ਵੋਟਾਂ ਪਾ ਕੇ ਸੱਤਾ ਦੇ ਵਿੱਚ ਲਿਆਂਦਾ ਤੇ ਇਹਨੇ ਉਹਨਾਂ ਦਾ ਇੰਨਾ ਕੁ ਘਾਣ ਕੀਤਾ ਕਿ ਪੰਜਾਬ ਦੇ ਵਿੱਚ ਬਹੁਤ ਮੁੱਦੇ ਆ। ਪੰਜਾਬ ਦੇ ਵਿੱਚ ਪਾਣੀਆਂ ਦਾ ਮੁੱਦਾ, ਹੋਰ ਬਹੁਤ ਪੰਜਾਬੀ ਮੁੱਦੇ ਆ ਜਿਨ੍ਹਾਂ ਤੇ ਕੰਮ ਕਰਨਾ ਚਾਹੀਦਾ ਸੀ। ਇਸ ਬੰਦੇ ਨੇ ਜਿਹੜੇ ਮੁੱਦੇ ਤੇ ਸਰਕਾਰ ਬਣਾਈ ਸਭ ਤੋਂ ਪਹਿਲਾਂ ਉਹ ਹੱਲ ਕਰਨਾ ਚਾਹੀਦਾ ਸੀ, ਉਸ ਤੋਂ ਬਾਅਦ ਹੋਰ ਮੁੱਦਿਆਂ ਵੱਲ ਧਿਆਨ ਦੇਣਾ ਚਾਹੀਦਾ ਸੀ। ਜਿਹੜੇ ਤੇ ਸਰਕਾਰ ਬਣਾਈ ਉਹਦੇ ਤੇ ਤਾਂ ਕੁਝ ਵੀ ਨਹੀਂ ਤੇ ਹੋਰ ਪੰਜਾਬ ਦੇ ਮੁੱਦਿਆਂ ਤੇ ਇਹਨੇ ਕੰਮ ਕੀ ਕਰਨਾ ਸੀ। ਜਿਹੜਾ ਪਹਿਲਾ ਮੁੱਦਾ ਸੀ ਉਹ ਵੀ ਇਹਨੇ ਛੱਡ ਦਿੱਤਾ। ਉਹ ਅੱਜ 4 ਮਹੀਨੇ ਰਹਿ ਗਿਆ ਤਾਂ ਤੁਸੀਂ ਦੇਖ ਸਕਦੇ ਹੋ ਪੰਜਾਬ ਦੇ ਵਿੱਚ ਇਹ ਸਰਕਾਰ ਦਾ ਹਾਲ ਕੀ ਹੈ। ਇੱਕ ਦੂਜੇ ਤੇ ਦੂਸ਼ਣਬਾਜ਼ੀਆਂ ਲਾਉਣ ਤੇ ਲੱਗੇ ਹੋਏ। ਜਿਹੜਾ ਹੁਣ ਰੇੜਕਾ ਚੱਲੀ ਜਾਂਦਾ ਹੈ, ਨਵਜੋਤ ਸਿੱਧੂ ਕਹਿੰਦੇ ਕਿ ਇਨਸਾਫ ਦੀ ਗੱਲ ਕਰੋ, ਬੇਅਦਬੀ ਦੇ ਇਨਸਾਫ ਦੀ ਗੱਲ ਕਰੋ, ਬਾਕੀ ਕੁਛ ਇੱਕ ਉਹਨਾਂ ਦੇ ਵੱਲ ਨੇ, ਕੁਛ ਉਧਰ ਨੇ। ਇਸ ਪੂਰੇ ਰੇੜਕੇ 'ਚ ਦੋਵਾਂ ਪਾਸਿਆਂ ਨੇ, ਦੋਵਾਂ ਧਿਰਾਂ 'ਚੋਂ ਕਿਸੇ ਨੇ ਤੁਹਾਨੂੰ ਦੁਬਾਰਾ ਕੰਟੈਕਟ ਕੀਤਾ? ਬਈ ਮੈਂ ਇੱਥੇ ਇਹੀ ਗੱਲ ਕਹਿਣਾ ਚਾਹੁੰਦਾ ਬਈ ਇਹ ਰੇੜਕੇ ਦਾ ਸਿਰਫ ਲੋਕਾਂ ਨੂੰ ਬੁੱਧੂ ਬਣਾਉਣ ਲਈ ਜਿਹੜਾ ਕੰਮ ਕੀਤਾ ਜਾ ਰਿਹਾ। ਅੱਜ ਵੀ ਉਹ ਸਿਆਸੀ ਗਰਾਊਂਡ ਤਿਆਰ ਕਰ ਰਹੇ ਆ ਵੀ ਕੈਪਟਨ ਨੂੰ ਦੋਸ਼ੀ ਠਹਿਰਾ ਦਿੰਨੇ ਆ। ਕੈਪਟਨ ਨੇ ਨਹੀਂ ਕੀਤਾ, ਪਰ ਉਹਦੇ ਵਿੱਚ ਇਹ ਪੂਰੀ ਸਰਕਾਰ ਸਾਰੀ ਦੋਸ਼ੀ ਆ। ਕਾਂਗਰਸ ਸਰਕਾਰ, ਕੋਈ ਵੀ ਨੁਮਾਇੰਦਾ ਉਹ ਪਹਿਲਾਂ ਜਿਹੜੇ 4.5 ਸਾਲ ਲੰਘ ਗਏ ਉਹਦੇ 'ਚ ਕਿਉਂ ਨਹੀਂ ਬੋਲੇ? ਬਗਰਾੜੀ ਮੋਰਚਾ ਲੱਗਦਾ, ਉਹ 'ਚ 4-5 ਇਹਨਾਂ ਦੇ ਮਿਨਿਸਟਰ ਆ ਕੇ ਵਾਅਦੇ ਕਰਕੇ ਜਾਂਦੇ ਆ, ਉਹ ਚੁਕਾ ਕੇ ਜਾਂਦੇ ਆ, ਤਾਂ ਉਹ ਵੀ ਉਹਦੇ 'ਚ ਉਨੇ ਹੀ ਦੋਸ਼ੀ ਆ। ਕੈਪਟਨ ਦੇ ਨਾਲ ਇਹ ਪੂਰੀ ਕਾਂਗਰਸ ਤੁਹਾਨੂੰ ਲੱਗਦਾ ਜੇ ਬਰਗਾੜੀ ਮੋਰਚਾ ਨਾ ਚੱਕਿਆ ਜਾਂਦਾ ਤਾਂ ਅੱਜ ਹਾਲਾਤ ਕੁਝ ਹੋਰ ਹੋਣੇ ਸੀ? ਬਿਲਕੁਲ ਬਾਈ ਜੀ, ਬਹੁਤ ਚੰਗੇ ਪੰਜਾਬ ਦੇ ਹਾਲਾਤ ਹੋਣੇ ਸੀ। ਬੇਅਦਬੀਆਂ ਪ੍ਰਤੀ ਗੱਲ ਕਰੀਏ ਤਾਂ ਬਹੁਤ ਨਿਖਾਰ ਆਉਣਾ ਸੀਗਾ, ਬੇਅਦਬੀਆਂ ਰੁਕ ਜਾਣੀਆਂ ਸੀਗੀਆਂ। ਗੁਰਦੁਆਰਿਆਂ ਦੇ ਇਨਸਾਫ ਮਿਲਣਾ ਸੀ, ਇਨਸਾਫ ਬਹੁਤ ਛੇਤੀ ਮਿਲ ਜਾਣਾ ਸੀ, ਕਿਉਂਕਿ ਉਸ ਟਾਈਮ ਬਗਰਾੜੀ ਮੋਰਚਾ ਚੱਕਣ ਤੋਂ ਬਾਅਦ ਦੀ ਗੱਲ ਕਰੀਏ ਤਾਂ 2 ਮਹੀਨਿਆਂ ਬਾਅਦ ਜਿਹੜੀ ਆ ਰਾਜ ਸਭਾ ਦੀਆਂ ਚੋਣਾਂ ਸੀ, ਜਿਹਦੇ ਲਈ ਸਰਕਾਰ ਗੋਡੀਆਂ ਹੱਥ ਲਾ ਕੇ ਉਹ ਮੋਰਚਾ ਚੁਕਾ ਕੇ ਗਈ ਆ। ਤੇ ਡਿਕਟੇਟਰਸ਼ਿਪ ਇਸ ਗੱਲ ਦੀ ਹਮੇਸ਼ਾ ਜਵਾਬਦੇਹ ਰਹੂਗੀ ਕੌਮ ਨੂੰ, ਪੰਥ ਨੂੰ, ਵੀ ਉਹਨਾਂ ਨੇ ਅੰਦਰ ਖਾਤੇ ਕੀ ਸਮਝੌਤੇ ਕੀਤੇ ਆ ਜਿਹੜੇ ਬਗਰਾੜੀ ਮੋਰਚੇ ਦੇ ਅੱਜ ਤੱਕ ਨਤੀਜੇ ਨਹੀਂ ਸਾਨੂੰ ਮਿਲੇ। ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਵਾਸਤੇ, ਔਰ ਉਮੀਦ ਕਰਦੇ ਹਾਂ ਕਿ ਇਨਸਾਫ ਮਿਲੇ। ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ ਹਾਲਾਂਕਿ ਕਿਹਾ ਜਾਂਦਾ ਹੈ। ਇੱਥੋਂ ਇਹਨਾਂ ਸਰਕਾਰਾਂ ਤੋਂ ਆਸ ਨਹੀਂ ਆ, ਉਸ ਵਾਹਿਗੁਰੂ ਦੀ ਕਚਹਿਰੀ 'ਚ ਜ਼ਰੂਰ ਮੈਨੂੰ ਪੂਰਨ ਆਸ ਹੈ ਉੱਥੋਂ ਇਨਸਾਫ ਮਿਲੂਗਾ। ਪੰਜਾਬ ਦੇ ਨਾਲ ਜਿਹਨੇ ਵੀ ਵਧੀਕੀਆਂ ਕੀਤੀਆਂ ਤਾਂ ਉਸ ਵਾਹਿਗੁਰੂ ਨੇ ਪਾਰ ਤਾਰਾ ਜਿਹੜਾ ਜ਼ਰੂਰ ਕੀਤਾ, ਲੋਕਾਂ ਨੂੰ ਇਨਸਾਫ ਦਿੱਤਾ। ਉਹ ਚਾਹੇ 84 ਹੋਏ, ਉਹ ਚਾਹੇ KPS ਗਿੱਲ ਵਰਗੇ ਹੋਣ, ਉਹਨਾਂ ਦਾ ਇਨਸਾਫ ਆ ਜਿਹੜਾ ਪੰਜਾਬ ਦੇ ਲੋਕਾਂ ਨੂੰ ਉਸ ਵਾਹਿਗੁਰੂ ਨੇ ਜ਼ਰੂਰ ਦਿੱਤਾ। ਤਾਂ ਮੇਰੀ ਵੀ ਅੱਜ ਉਸ ਵਾਹਿਗੁਰੂ ਤੇ ਆਸ ਹੈ, ਉਸੇ ਤੇ ਉਮੀਦ ਆ, ਉਸੇ ਤੇ ਭਰੋਸਾ, ਉਹ ਮੈਨੂੰ ਇਨਸਾਫ ਜ਼ਰੂਰ ਲੈ ਕੇ ਦੇਣਗੇ। ਬਹੁਤ ਸ਼ੁਕਰੀਆ, ਧੰਨਵਾਦ। ਸੁਖਰਾਜ ਸਿੰਘ ਦੇ ਨਾਲ ਅਸੀਂ ਗੱਲਬਾਤ ਕਰ ਰਹੇ ਸੀ ਬਾਈਬਲ ਕਲਾਂ 'ਚ ਖੜ ਕੇ। ਇੱਥੇ ਖੜ ਕੇ ਜਦੋਂ ਤੁਸੀਂ ਕੁਝ ਦੇਰ ਜਦੋਂ ਲੰਘਦੇ ਹੁੰਦੇ ਹੋ ਇੱਥੋਂ, ਇਸ ਥਾਂ ਤੋਂ, ਇਸ ਸੜਕ ਤੋਂ ਜਦੋਂ ਲੰਘਦੇ ਹੋ ਤਾਂ ਕੁਝ ਦੇਰ ਵਾਸਤੇ ਇੱਥੇ ਰੁਕ ਜਾਇਆ ਕਰੋ। ਇੱਥੇ ਖੜ ਕੇ, ਇਸ ਗੇਟ ਦੇ ਨੇੜੇ ਖੜ ਕੇ ਸਿਰਫ ਇਸ ਥਾਂ ਨੂੰ ਮਹਿਸੂਸ ਕਰਿਆ ਕਰੋ। ਉਹ ਸਮਾਂ ਚੇਤੇ ਆ ਜਾਊਗਾ 2015 ਦਾ ਉਹ ਮਨਹੂਸ ਦਿਨ, ਜਦੋਂ ਸ਼ਾਂਤਮਈ ਬੈਠੇ ਸਿੱਖਾਂ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਗਈਆਂ, ਔਰ ਉਹਦਾ ਇਨਸਾਫ ਉਹਦੇ ਲਈ ਅੱਜ ਵੀ ਦਰ-ਦਰ ਭਟਕ ਰਹੀ ਹੈ ਕੌਮ, ਔਰ ਭਟਕ ਰਹੇ ਨੇ ਸੁਖਰਾਜ ਵਰਗੇ ਨੌਜਵਾਨ ਜਿਨ੍ਹਾਂ ਨੇ ਆਪਣੇ ਪਰਿਵਾਰਕ ਜੀ ਗਵਾਏ ਨੇ। ਇਸ ਪੇਸ਼ਕਸ਼ ਚੇਨਈ, ਕੈਮਰਾਮੈਨ ਜਗਰੂਪ ਸਿੰਘ ਦੇ ਨਾਲ ਸਿਮਰਨਜੋਤ ਸਿੰਘ ਮੱਕੜ, ਔਨ 에ਅਰ, ਬਾਈਬਲ ਕਲਾਂ।